ਪੰਜਾਬ ਦੀ ਗੱਲ ਕਰੀਏ, ਨੌਜਵਾਨ ਅੱਜ ਕੱਲ੍ਹ ਲਗਾਤਾਰ ਤੁਸੀਂ ਵੀ ਦੇਖਿਆ ਹੋਣਾ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ। ਨਜ਼ਰ ਕੀ ਆ ਰਿਹਾ, ਕਿਉਂ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਹੈਗੇ? ਅੱਜ ਤੋਂ ਆਪਾਂ 15 ਸਾਲ ਪਿੱਛੇ ਝਾਤ ਮਾਰੀਏ ਤਾਂ ਪੰਜਾਬ ਦੇ ਬੱਚੇ ਇੰਜੀਨੀਅਰਿੰਗ ਕਰਦੇ ਸੀਗੇ। ਬੀਟੈਕ ਦਾ ਰਿਵਾਜ ਸੀਗਾ, ਮਤਲਬ ਹਰ ਕੋਈ ਪੇਰੈਂਟ ਚਾਹੁੰਦਾ ਸੀ ਕਿ ਮੇਰਾ ਬੱਚਾ ਇੰਜੀਨੀਅਰਿੰਗ ਕਰੇ। ਲੇਕਿਨ ਹੁਣ ਇੰਜੀਨੀਅਰਿੰਗ ਦੇ ਵਿੱਚ ਪੰਜਾਬ ਦੇ ਵਿੱਚ ਇੰਨੇ ਕਾਲਜਿਸ ਹੋ ਗਏ ਨੇ ਤੇ ਬੱਚਿਆਂ ਨੂੰ ਇੰਜੀਨੀਅਰਿੰਗ ਕਰਕੇ ਕੋਈ ਕਿਤੇ ਜੌਬ ਨਹੀਂ ਮਿਲਦੀ ਜੀ। ਜਿਹੜੇ ਬੱਚੇ ਟੌਪਰ ਨੇ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਸਰਕਾਰੀ ਜੌਬ ਨਹੀਂ ਮਿਲਦੀ। ਅਦਾਲਤੀ ਪ੍ਰਕਿਰਿਆ ਵਿੱਚ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ? ਕਿੰਨਾ ਸਮਾਂ ਹੋ ਗਿਆ ਵਕਾਲਤ? 87 ਤੋਂ ਚੰਡੀਗੜ੍ਹ ਦੇ ਵਿੱਚ ਸਟਾਰਟ ਕੀਤਾ ਹੋਇਆ ਕੰਮ, ਜਿਹੜਾ ESA ਵਗੈਰਾ ਦਾ ਕੰਮ ਦੇਖਦਾ ਜੀ। ਪਰ ਸਰ ਅਦਾਲਤ ਦੇ ਵਿੱਚ ਵੀ ਅਗਰ ਕਿਸੇ ਬੰਦੇ ਨੂੰ ਕੋਈ ਅਦਾਲਤ ਜਾਣਾ ਪੈ ਜਾਂਦਾ ਤਾਂ ਅਦਾਲਤ ਵਿੱਚ ਵੀ ਜਲਦੀ ਇਨਸਾਫ ਤਾਂ ਮਿਲਦਾ ਨਹੀਂ ਹੈਗਾ। ਇੱਕ ਛੋਟੇ ਜਿਹੇ ਕੰਜ਼ਿਊਮਰ ਕੋਰਟ ਦੇ ਵੀ ਕੇਸ ਵਿੱਚ ਵੀ ਵਰਕਰ ਨੂੰ 3-3 ਸਾਲ ਲੱਗ ਜਾਂਦੇ ਨੇ ਫਿਰ ਆਪਣਾ ਇਨਸਾਫ ਲੈਣ। ਲੋਕਾਂ ਦੀ ਸਹੂਲਤ ਲਈ ਸਕੀਮਾਂ ਬਣਦੀਆਂ ਨੇ ਆਮ ਤੌਰ ਤੇ, ਪਰ ਸਾਡਾ ਸਿਸਟਮ ਇਦਾਂ ਦਾ ਹੈਗਾ ਕਿ ਇਹਦੇ ਵਿੱਚ ਜਿਹੜੀਆਂ ਸਕੀਮਾਂ ਲੋਕਾਂ ਦੀ ਭਲਾਈ ਲਈ ਬਣਨੀਆਂ ਹੁੰਦੀਆਂ ਉਹਦੇ ਵਿੱਚ ਵੀ ਕਹਿੰਦੇ ਲੁੱਟ ਹੋ ਰਹੀ ਹੈ। ਜਿਹੜੇ ਅਫਸਰ ਉਸ ਸਕੀਮ ਨੂੰ ਚਲਾਉਣ ਵਾਲੇ ਨੇ ਉਹਨਾਂ ਨੇ ਸਕੀਮ ਨੂੰ ਗਰਾਊਂਡ ਲੈਵਲ ਤੇ ਇੰਨਾ ਗੇਰ ਦਿੱਤਾ ਕਿ ਉਹ ਆਪਣੇ ਪੈਸੇ ਬਣਾਉਣ ਤੇ ਲੱਗੇ ਨੇ। ਤਾਂ ਕਿੰਨੇ ਕੇਸਿਸ ਜਿਹੜੇ ਆ ਇਸ ਮਾਮਲੇ ਨੂੰ ਦੇਖ ਚੁੱਕੇ ਹੈਗੇ? ਸਰ ਮੈਂ ESI ਦੇ ਮਾਮਲੇ 'ਚ ਘੱਟੋ ਘੱਟ ਵੀ 20 ਤੋਂ 25 ਬੰਦੇ ਤਾਂ ਇਹਨਾਂ ਨੇ ਮੈਂ ਟਰੈਪ ਕਰਾ ਚੁੱਕਿਆ ਸਰਕਾਰ ਨੂੰ, ਤੇ ਕੁਝ CBI ਨੂੰ ਵੀ ਟਰੈਪ ਕਰਾ ਚੁੱਕੇ। ਪਰ ਇਸ ਮਹਿਕਮੇ 'ਚ ਪੈਸਾ ਇੰਨਾ ਜ਼ਿਆਦਾ ਸਰ, ਉਹ ਜਿਹੜਾ ਕਰੋੜ ਰੁਪਈਆ ਅਫਸਰ ਨੂੰ ਦਿਖਦਾ ਵੀ ਇਹ ਵਰਕਰ ਨੂੰ ਵੰਡਣਾ, ਉਹ ਅਫਸਰ ਚਾਹੁੰਦਾ ਹੈ ਕਰੋੜ ਰੁਪਏ 'ਚੋਂ ਮੇਰੇ ਕੋਲ 10% ਤੋਂ ਲੈ ਕੇ 30% ਮੇਰੀ ਜੇਬ 'ਚ ਆ। ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਚਾਹੁੰਦਾ ਹੈਗਾ ਕਿ 10 ਤੋਂ 30% ਮੇਰੀ ਜੇਬ 'ਚ ਆ ਜਾਵੇ, ਇਹ ਕਿਸ ਤਰੀਕੇ ਨਾਲ ਪਾਉਂਦੇ ਨੇ ਉਹ ਜੀ? ਉਹਦੇ ਕਾਗਜ਼ਾਂ 'ਚ ਕਮੀ ਕੱਢਦੇ ਨੇ। ਉਹ ਵਰਕਰ ਇੱਕ ਚੱਕਰ ਲਗਾਇਆ, 2 ਲਾਇਆ, ਕਿਸੇ ਦੀ ਡੈਥ ਹੋ ਗਈ, ਉਹਦੇ ਡੈਥ ਸਰਟੀਫਿਕੇਟ 'ਚ ਕਮੀ ਕੱਢ ਦਿੰਦੇ ਨੇ, ਤੇਰਾ ਨਾਮ ਠੀਕ ਨਹੀਂ, ਤੇਰੀ ਡੇਟ ਆਫ ਬਰਥ ਠੀਕ ਨਹੀਂ। ਉਹ ਠੀਕ ਕਰਾਉਣ ਦੇ ਚੱਕਰ 'ਚ ਇਹ ਵਿੱਚ ਫਿਰ ਜਦੋਂ ਬੰਦਾ ਥੱਕ ਜਾਂਦਾ ਫਿਰ ਉਹਨੂੰ ਇਹਨਾਂ ਦਾ ਵਰਕਰ ਆ ਕੇ ਕਹਿੰਦਾ ਵੀ ਭਾਈ ਇੰਨੇ ਕੁ ਪੈਸੇ ਖਰਚ ਤੇਰਾ ਕੰਮ। ਕਿੱਦਾਂ ਦੇ ਕੇਸ ਅਦਾਲਤਾਂ ਦੇ ਵਿੱਚ ਆਉਂਦੇ ਨੇ ਅੱਜ ਕੱਲ੍ਹ, ਜਾਂ ਕਿਸ ਤਰੀਕੇ ਦਾ ਮਾਹੌਲ ਹੈਗਾ ਅਦਾਲਤਾਂ ਦਾ? ਭਰਾ ਦਾ ਕੇਸ ਹੈ ਜ਼ਮੀਨ ਦਾ, ਔਰ ਦੋਨੋਂ ਵਕੀਲ ਅਦਾਲਤ ਦੇ ਵਿੱਚ ਲੜਦੇ ਨੇ। ਉਹ ਇੱਕ ਦੂਜੇ ਭਰਾ ਨੂੰ ਬੇਵਕੂਫ ਬਣਾਉਂਦਾ, ਦੂਜਾ ਦੂਜੇ ਨੂੰ ਬਣਾਉਂਦਾ, ਤੇ ਸ਼ਾਮ ਨੂੰ ਉਹ ਇਕੱਠੇ ਬੈਗ ਲਾਉਂਦੇ ਨੇ। ਲੱਗਦਾ ਕਿ ਅਫਸਰਸ਼ਾਹੀ ਦੀ ਵੀ ਬੜੀ ਵੱਡੀ ਭੂਮਿਕਾ ਰਹਿੰਦੀ ਹੈ ਇਹਨਾਂ ਕੇਸਾਂ ਦੇ ਵਿੱਚ। ਸਰ ਜੇ ਅਫਸਰਸ਼ਾਹੀ ਇਮਾਨਦਾਰ ਹੋਵੇ ਤਾਂ ਕਿਸੇ ਨੀਚੇ ਦੇ ਵਰਕਰ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹ ਵਰਕਰ ਦਾ ਕੰਮ ਨਾ ਕਰੇ ਔਰ ਉਹ ਤੋਂ ਰਿਸ਼ਵਤ ਦੀ ਆਸ। ਪਰ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ESI ਦੇ, ਇਹ ਦਿੱਲੀ ਤੱਕ ਇਹਨਾਂ ਦੀ ਕਰਪਸ਼ਨ ਦੀ ਐਡੀ ਬੜੀ ਚੇਨ ਬਣੀ ਹੋਈ ਹੈ ਨਾ, ਇਹ ਇੱਥੋਂ ਇਕੱਠਾ ਕਰਕੇ ਦਿੱਲੀ ਜਾਂਦਾ ਹੈ। ਇਹਨਾਂ ਦੇ ਖਿਲਾਫ ਤੁਸੀਂ ਕਿਸੇ ਨੂੰ ਕੋਈ ਵੀ ਸ਼ਿਕਾਇਤ ਕਰ ਲਓ, ਈਵਨ PM ਆਫਿਸ ਵੀ ਮੈਂ ਬਹੁਤ ਕੰਪਲੇਂਟਾਂ ਕਰ ਚੁੱਕਿਆ ਜੀ ਉਹਨਾਂ ਵਿੱਚੋਂ ਸਭ ਰੈਗੂਲਰ ਆਨਲਾਈਨ। ਜਿਹਦੇ ਖਿਲਾਫ ਦੇ ਮੈਂ ਅਫਸਰ ਦੇ ਖਿਲਾਫ ਕੰਪਲੇਂਟ ਕਰਦਾ, ਉਹ ਕੰਪਲੇਂਟ ਉਸੇ ਅਫਸਰ ਨੂੰ ਮਾਰਕ ਹੋ ਜਾਂਦੀ ਹੈ, ਉਹੀ ਇਨਕੁਆਇਰੀ ਕਰਦਾ, ਉਹ ਹਫ਼ਤੇ ਬਾਅਦ ਲਿਖ ਦਿੰਦਾ ਕੇਸ ਕਲੋਜ਼। ਜਦੋਂ ਮੋਦੀ ਸਰਕਾਰ ਆਈ ਸੀ ਨਾ, ਇਹਨਾਂ ਨੇ ਕਿਹਾ ਸੀ ਕਿ ਅਸੀਂ ESI ਨੂੰ ਵਲੰਟਰੀ ਕਰ ਦਾਂਗੇ, ਬਈ ਜਿਸ ਦੀ ਮਰਜ਼ੀ ਹੈ ESI ਕਰਾਵੇ ਜਾਂ ਕੋਈ ਹੋਰ ਇੰਸ਼ੋਰੈਂਸ ਕਰਾਵੇ ਜੀ, ਆਪਣੀ ਮਰਜ਼ੀ ਹੈ। ਹਾਂ, ਜਦੋਂ ਉਹਨਾਂ ਨੂੰ ਪਤਾ ਲੱਗਿਆ, ਇਹਨਾਂ ਨੇ ਬਜਟ ਵਿੱਚ ਅਨਾਉਂਸ ਕਰਤਾ ਸੀਗਾ 2014 ਚ ਮੋਦੀ ਸਰਕਾਰ ਨੇ, ਪਰ ਜਦੋਂ ਪਤਾ ਲੱਗਿਆ ਕਿ ESI ਤੋਂ 30,000 ਕਰੋੜ ਦੀ ਇਨਕਮ ਹੈ ਸਾਲ ਦੀ, ਤਾਂ ਇਹਨਾਂ ਨੇ ਉਹ ਵਾਪਸ ਲੈ ਲਿਆ। ਈਵਨ ਦਫ਼ਤਰ ਦੇ ਵਿੱਚ ਇਹਨਾਂ ਨੇ ਜਿਹੜੇ ਹੁਣ ਡਾਇਰੈਕਟਰ ਨੇ, ਉਹਨਾਂ ਨੇ ਬਾਹਰ ਸਿਕਿਉਰਿਟੀ ਲਾਈ ਹੋਈ ਹੈ ਜੀ। ਜਦੋਂ ਮੈਂ ਦਫ਼ਤਰ ਜਾਂਦਾ, ਮੈਨੂੰ 2 ਸਿਕਿਉਰਿਟੀ ਵਾਲੇ ਅੰਦਰ ਲੈ ਕੇ ਜਾਂਦੇ ਨੇ, ਦੋ ਛੱਡ ਕੇ ਜਾਂਦੇ ਨੇ। ਮੈਨੂੰ ਸਿੰਗਲ ਅੰਦਰ ਬੰਦੇ ਨੂੰ, ਮੈਨੂੰ ਇਕੱਲੇ ਨੂੰ ਅੰਦਰ ਨਹੀਂ ਜਾਣ ਦਿੰਦੇ। ਉਹ ਮੇਰੇ ਕੋਲ ਇੰਨਾ ਡਰਦੇ ਨੇ ਕਿ ਕਿਸੇ ਨੂੰ ਅੰਦਰ ਟ੍ਰੈਫਿਕ ਨਾ ਕਰਾ ਦੇ, ਕਿਉਂਕਿ ਮੈਂ ਇਹਨਾਂ ਦੀ ਪੂਰੀ ਲਾਈਨ ਲਾਈ ਹੋਈ ਹੈ। ਦੇ ਹਾਲਾਤ ਪੈਦਾ ਹੋ ਗਏ ਕਿ ਹਰੇਕ ਵਿਅਕਤੀ ਚਾਹੁੰਦਾ ਕਿ ਉਹਨਾਂ ਦਾ ਬੱਚਾ ਇੱਥੋਂ ਚਲੇ ਜਾਵੇ। ਹਰੇਕ ਪੇਰੈਂਟ ਚਾਹੁੰਦਾ ਹੈ ਕਿ ਮੇਰੇ ਇਹ ਹਾਲਤ ਮੇਰੇ ਬੱਚਿਆਂ ਦੀ ਨਾ ਹੋਵੇ। ਕੈਨੇਡਾ ਬੱਚੇ ਕਿਉਂ ਜਾ ਰਹੇ ਨੇ? ਉੱਥੇ ਕਿਤੇ ਲਾਈਨ 'ਚ ਨਹੀਂ ਲੱਗਣਾ ਪੈਂਦਾ, ਸਰਵਿਸ ਮਿਲਦੀ ਹੈ। ਹੁਣ ਇੱਥੇ ਵਰਕਰ ਨੇ ਅਗਰ ਕੈਨੇਡਾ ਜਾਣ ਵਾਸਤੇ ਮੈਡੀਕਲ ਵੀ ਕਰਾਉਣਾ ਨਾ, ਤਾਂ ਮੈਡੀਕਲ ਕਰਾਉਣਾ ਹੈ, ਉਹਨਾਂ ਨੂੰ ਮੈਕਸ ਹਸਪੀਟਲ ਵਿੱਚ ਲਾਈਨ 'ਚ ਲੱਗਣਾ ਪੈਣਾ, ਔਰ ਮੈਕਸ ਵਾਲੇ 10,000 ਰੁਪਏ ਲੈਂਦੇ ਨੇ ਮੈਡੀਕਲ ਦਾ, ਗਰੀਬ ਵਰਕਰ ਤੋਂ 10,000 ਮੈਡੀਕਲ ਦਾ ਜੀ, ਔਰ 4-5 ਘੰਟੇ 'ਚ ਰਿਪੋਰਟ ਬਣਾ ਕੇ ਐਮਬੈਸੀ ਨੂੰ ਭੇਜ ਦਿੰਦੇ ਨੇ। ਔਰ ਇਹੀ ਜਿਹੜਾ ਮੈਡੀਕਲ ਹੈ, ਇਹ ਸਾਨੂੰ ਸਰਕਾਰੀ ਹਸਪਤਾਲ 'ਚ ਹੋਣਾ ਚਾਹੀਦਾ, ਸਰਕਾਰੀ 'ਚ ਫ੍ਰੀ ਹੈ, ਤੇ ਸਾਡੇ ਬੱਚੇ ਦਾ 10,000 ਰੁਪਏ ਬਚੇ, ਔਰ ਸਰਕਾਰੀ ਮੈਡੀਕਲ ਤੇ ਗਵਰਨਮੈਂਟ ਨੂੰ ਵਿਸ਼ਵਾਸ ਹੋਣਾ ਚਾਹੀਦਾ। ਪਰ ਜਿਹੜੀ ਐਮਬੈਸੀਜ਼ ਹੈ ਬਾਹਰ ਦੀ, ਉਹਨਾਂ ਦਾ ਆਪਣੇ ਸਰਕਾਰ ਦਾ ਤੰਤਰ ਇੰਨਾ ਖਰਾਬ ਹੋ ਚੁੱਕਿਆ, ਉਹ ਤੇ ਵਿਸ਼ਵਾਸ ਹੀ ਉੱਡ ਗਿਆ। ਉਹ ਸਰਕਾਰੀ ਮੈਡੀਕਲ ਨੂੰ ਮੈਡੀਕਲ ਹੀ ਨਹੀਂ ਮੰਨਦੇ। ਜੇ ਬੰਦਾ ਆਪਣੀ ਸੈਲਰੀ ਚੋਂ ESI ਕਟਾ ਰਿਹਾ, ਕਿਹੜੇ ਫਾਇਦੇ ਹੈਗੇ ਇਸ ਤਾਂ ਮੈਡੀਕਲ ਦਾ ਫਾਇਦਾ ਹੋ ਗਿਆ, ਪੂਰੇ ਪਰਿਵਾਰ ਨੂੰ ਮੈਡੀਕਲ ਸਰਵਿਸ ਫ੍ਰੀ। ਦੂਜਾ, ਵਰਕਰ ਦੀ ਘਰ ਚੱਲਣ ਤੋਂ ਘਰ ਪਹੁੰਚਣ ਤੱਕ ਇੰਸ਼ੋਰੈਂਸ ਫ੍ਰੀ ਹੈ ਜੀ, ਜਾਂ ਉਹਦੀ ਕੰਮ ਕਰਦੇ ਵਕਤ, ਜਾਂ ਘਰ ਚੱਲਣ ਤੋਂ ਘਰ ਪਹੁੰਚਣ ਤੱਕ। ਅਗਰ ਉਹਦੀ ਡੈਥ ਵੀ ਹੋ ਜਾਂਦੀ ਹੈ ਤਾਂ ESI ਤੋਂ ਉਹਦੀ ਵਾਈਫ ਨੂੰ 90% ਪੈਨਸ਼ਨ ਮਿਲਦੀ ਹੈ, ਫੁੱਲ ਲਾਈਫ, ਜਿੰਨੀ ਉਹ ਤਨਖਾਹ ਲੈਂਦੀ। ਪਰ ਸਿਸਟਮ ਇੰਨਾ ਖਰਾਬ ਹੈ, ਉਹ 90% ਪੈਨਸ਼ਨ ਲੈਣ ਵਾਸਤੇ ਕਿਤਾਬ ਵਿੱਚ ਲਿਖਿਆ ਵੀ ਮਹੀਨੇ 'ਚ ਮਿਲਣੀ ਚਾਹੀਦੀ ਹੈ, ਲੇਕਿਨ ਇਹ 2-2 ਸਾਲ ਤੱਕ ਉਹ ਲੇਡੀਜ਼ ESI ਦੇ ਚੱਕਰ ਕੱਟ ਕੇ ਪਾਗਲ ਹੋ ਜਾਂਦੇ ਨੇ, ਤਦ ਜਾ ਕੇ ਕਿਤੇ ਪੈਸੇ ਮਿਲਦੇ।
ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਾ ਕਿਉਂ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਸਮਝ ਕੇ ਦੇਖੀਏ ਕਿ ਆਖਰਕਾਰ ਸਿਸਟਮ ਦੇ ਵਿੱਚ ਕਮੀਆਂ ਕਿੱਥੇ ਨੇ, ਕਿਉਂ ਨੌਜਵਾਨ ਜਿਨ੍ਹਾਂ ਦਾ ਦਾਅ ਲੱਗ ਰਿਹਾ ਹੈਗਾ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਜਿਨ੍ਹਾਂ ਦਾ ਦਾਅ ਨਹੀਂ ਲੱਗ ਰਿਹਾ ਉਹ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਰਹਿ ਰਹੇ ਨੇ। ਇੱਕ ਬੜੀ ਅਹਿਮ ਚੀਜ਼ ਆ, ਬੜੇ ਲੰਬੇ ਸਮੇਂ ਤੋਂ ਗੱਲ ਕਹਿੰਦੇ ਹੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਹੈਗਾ ਕਿ ਸਿਸਟਮ ਦੇ ਵਿੱਚ ਕਮੀ ਇਸ ਕਰਕੇ ਕਿਉਂਕਿ ਸਮੇਂ-ਸਮੇਂ ਤੇ ਜਿਹੜੇ ਸਿਆਸਤਦਾਨ ਆਏ ਉਹਨਾਂ ਨੇ ਆਪਣੇ ਨਿੱਜੀ ਮਫਾਦ ਦੇਖੇ, ਜਿਹੜੇ ਪੰਜਾਬ ਨੂੰ ਅਫਸਰ ਮਿਲੇ ਉਹਨਾਂ ਦੇ ਵਿੱਚੋਂ ਬਹੁਤੇ ਇਮਾਨਦਾਰ ਅਫਸਰ ਨਹੀਂ ਨਿਕਲੇ, ਤਾਂ ਇਸੇ ਕਰਕੇ ਪੰਜਾਬ ਦੇ ਨਾਲ ਨੁਕਸਾਨ ਹੋਇਆ। ਤੇ ਜਿਹੜਾ ਅਦਾਲਤੀ ਪ੍ਰਕਿਰਿਆ ਹੈਗੀ ਉਹ ਬੜੀ ਸਲੋ ਹੈਗੀ ਹੈ, ਇਨਸਾਫ ਦੇ ਵਿੱਚ ਸਾਲਾਂ ਬੱਧੀ ਸਮਾਂ ਲੰਘ ਜਾਂਦਾ, ਜਾਂ ਜਿਹੜੀਆਂ ਸਕੀਮਾਂ ਬਣਾਈਆਂ ਗਈਆਂ ਉਹ ਸਕੀਮਾਂ ਦੇ ਨਾਂ ਤੇ ਵੀ ਲੋਕਾਂ ਦੀ ਲੁੱਟ ਹੋ ਰਹੀ ਹੈ। ਤਾਂ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ। ਅੱਜ ਸਾਡੇ ਨਾਲ ਸੀਨੀਅਰ ਐਡਵੋਕੇਟ ਜਸਵੀਰ ਸਿੰਘ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਾਂਗੇ ਕਿ ਉਹਨਾਂ ਨੇ ਇਸ ਸਿਸਟਮ ਨੂੰ ਕਿਸ ਤਰੀਕੇ ਨਾਲ ਦੇਖਿਆ, ਕਿਉਂਕਿ ਲੰਮਾ ਸਮਾਂ ਹੋ ਗਿਆ ਵਕਾਲਤ ਕਰਦਿਆਂ ਨੂੰ। ਅੱਜ ਉਹਨਾਂ ਦੇ ਨਜ਼ਰੀਏ ਤੋਂ ਜਾਂ ਉਹਨਾਂ ਦੀ ਸਮਝ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹਨਾਂ ਹਾਲਾਤਾਂ 'ਚ ਅਸੀਂ ਕਿਉਂ ਹੈਗੇ। ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਲੰਮਾ ਤਜਰਬਾ ਹੋ ਗਿਆ। ਹਾਂਜੀ, ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ, ਨੌਜਵਾਨ ਅੱਜ ਕੱਲ੍ਹ ਲਗਾਤਾਰ ਤੁਸੀਂ ਵੀ ਦੇਖਿਆ ਹੋਣਾ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਬਿਲਕੁਲ ਜੀ। ਤਾਂ ਇਹਨਾਂ ਹਾਲਾਤਾਂ 'ਚ ਪੰਜਾਬ ਤੁਸੀਂ ਜੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਇਸ ਕਾਨੂੰਨ ਦੇ ਨਾਲ ਜਾਂ ਕਾਨੂੰਨੀ ਦਾਅ ਪੇਚ ਦੇ ਨਾਲ ਲੰਮਾ ਸਮਾਂ ਤੁਹਾਨੂੰ ਹੋ ਗਿਆ 2-4 ਹੁੰਦਿਆਂ ਨੂੰ, ਹਾਂਜੀ, ਨਜ਼ਰ ਕੀ ਆ ਰਿਹਾ, ਕਿਉਂ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਹੈਗੇ ਆ? ਨਜ਼ਰ ਸਰ ਗੱਲ ਇਹ ਹੈ ਕਿ ਅੱਜ ਕੱਲ ਪੰਜਾਬ ਦੇ ਵਿੱਚ +2 ਤੋਂ ਬਾਅਦ ਹਰ ਇੱਕ ਬੱਚਾ ਆਈਲੈਂਡ ਸੈਂਟਰ 'ਚ ਲੱਗਿਆ ਹੋਇਆ ਜੀ। ਅੱਜ ਤੋਂ ਆਪਾਂ 15 ਸਾਲ ਪਿੱਛੇ ਝਾਤ ਮਾਰੀਏ ਤਾਂ ਪੰਜਾਬ ਦੇ ਬੱਚੇ ਇੰਜੀਨੀਅਰਿੰਗ ਕਰਦੇ ਸੀਗੇ, ਬੀਟੈਕ ਦਾ ਰਿਵਾਜ ਸੀਗਾ, ਮਤਲਬ ਹਰ ਕੋਈ ਪੇਰੈਂਟ ਚਾਹੁੰਦਾ ਸੀ ਕਿ ਮੇਰਾ ਬੱਚਾ ਇੰਜੀਨੀਅਰਿੰਗ ਕਰੇ ਜੀ। ਲੇਕਿਨ ਹੁਣ ਇੰਜੀਨੀਅਰਿੰਗ ਦੇ ਵਿੱਚ ਪੰਜਾਬ ਦੇ ਵਿੱਚ ਇੰਨੇ ਕਾਲਜਿਸ ਹੋ ਗਏ ਨੇ ਤੇ ਬੱਚਿਆਂ ਨੂੰ ਇੰਜੀਨੀਅਰਿੰਗ ਕਰਕੇ ਕੋਈ ਕਿਤੇ ਜੌਬ ਨਹੀਂ ਮਿਲਦੀ ਜੀ। ਜਿਹੜੇ ਬੱਚੇ ਟੌਪਰ ਨੇ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਸਰਕਾਰੀ ਜੌਬ ਨਹੀਂ ਮਿਲਦੀ ਜੀ। ਇਸ ਕਰਕੇ ਉਹਨਾਂ ਨੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਜਦ ਉਹਨਾਂ ਨੂੰ ਕਿਤੇ ਨੌਕਰੀ ਨਹੀਂ ਮਿਲਦੀ, ਹੁਣ ਉਹ ਸੋਚਦੇ ਆ ਕਿ +2 ਤੋਂ ਬਾਅਦ ਅਸੀਂ ਇੰਜੀਨੀਅਰਿੰਗ ਇੱਥੇ ਪੰਜਾਬ 'ਚ ਕਿਉਂ ਕਰੀਏ। ਉਹ +2 ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਰੁਖ ਹੈ ਆਈਲੈਂਡ ਸੈਂਟਰ ਵੱਲ ਕਰਦਾ ਹੈ, ਉਹ ਆਈਲੈਂਡ ਸੈਂਟਰਾਂ 'ਚ ਆਪਣੇ ਬੈਂਡ ਲੈ ਕੇ ਉਹ ਕੈਨੇਡਾ ਦੇ ਵਿੱਚ ਜਾਣ ਨੂੰ ਬੱਚੇ ਉਤਸੁਕ ਨੇ ਪੰਜਾਬ 'ਚ, ਕਿਉਂਕਿ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ ਜੀ। ਬਿਲਕੁਲ, ਇੱਥੇ ਇੰਡੀਆ ਦੇ ਵਿੱਚ ਵੀ ਰਹਿ ਕੇ ਜਦੋਂ ਇੰਜੀਨੀਅਰਿੰਗ ਕਰਦੇ ਸੀ ਫਿਰ ਵੀ ਉਹਨਾਂ ਨੂੰ ਰਹਿੰਦਾ ਸੀਗਾ ਕਿ ਪੰਜਾਬ ਤੋਂ ਬਾਹਰ ਜਾ ਕੇ ਹੀ ਨੌਕਰੀਆਂ ਮਿਲਦੀਆਂ ਸੀਗੀਆਂ। ਹਾਂਜੀ ਸਰ, ਜਦੋਂ ਤੁਸੀਂ, ਕਿਉਂਕਿ ਅਦਾਲਤੀ ਪ੍ਰਕਿਰਿਆ ਵਿੱਚ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ, ਕਿੰਨਾ ਸਮਾਂ ਹੋ ਗਿਆ ਵਕਾਲਤ ਕਰਦੇ? ਸਰ, ਅਦਾਲਤ ਦੇ ਵਿੱਚ ਵੀ ਮੈਨੂੰ ਤਾਂ ਬਹੁਤ ਸਾਲ ਹੋ ਗਏ। ਮੈਂ ਤਾਂ 87 ਤੋਂ ਚੰਡੀਗੜ੍ਹ ਦੇ ਵਿੱਚ ਸਟਾਰਟ ਕੀਤਾ ਹੋਇਆ ਕੰਮ, ਜਿਹੜਾ ESA ਵਗੈਰਾ ਦਾ ਮੈਂ ਕੰਮ ਦੇਖਦਾ ਜੀ। ਪਰ ਸਰ, ਅਦਾਲਤ ਦੇ ਵਿੱਚ ਵੀ ਅਗਰ ਕਿਸੇ ਬੰਦੇ ਨੂੰ ਕੋਈ ਅਦਾਲਤ ਜਾਣਾ ਪੈ ਜਾਂਦਾ ਤਾਂ ਅਦਾਲਤ ਵਿੱਚ ਵੀ ਜਲਦੀ ਇਨਸਾਫ ਤਾਂ ਮਿਲਦਾ ਨਹੀਂ ਹੈਗਾ। ਇੱਕ ਛੋਟੇ ਜਿਹੇ ਕੰਜ਼ਿਊਮਰ ਕੋਰਟ ਦੇ ਵੀ ਕੇਸ ਵਿੱਚ ਵੀ ਵਰਕਰ ਨੂੰ 3-3 ਸਾਲ ਲੱਗ ਜਾਂਦੇ ਨੇ ਆਪਣਾ ਇਨਸਾਫ ਲੈਣ ਵਾਸਤੇ, ਜਿਹੜਾ ਕਿ 6 ਮਹੀਨੇ 'ਚ ਕਿਤਾਬ ਦੇ ਮੁਤਾਬਕ ਫੈਸਲਾ ਹੋਣਾ ਚਾਹੀਦਾ, ਪਰ ਉੱਥੇ ਜੱਜਿਸ ਨਹੀਂ ਹੈਗੇ, ਕੋਈ ਸੁਣਵਾਈ ਨਹੀਂ ਜੀ। ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਲੰਮਾ ਸਮਾਂ ਹੋ ਗਿਆ ESI ਦੇ ਕੇਸਿਸ ਦੇਖਦਿਆਂ ਨੂੰ, ਇਹ ਬੜੀ ਚੀਜ਼ ਸਮਝਣ ਵਾਲੀ ਹੈ। ਕਹਿੰਦੇ ਕਿ ਲੋਕਾਂ ਦੀ ਸਹੂਲਤ ਲਈ ਸਕੀਮਾਂ ਬਣਦੀਆਂ ਨੇ ਆਮ ਤੌਰ ਤੇ, ਪਰ ਸਾਡਾ ਸਿਸਟਮ ਇਦਾਂ ਦਾ ਹੈਗਾ ਕਿ ਇਹਦੇ ਵਿੱਚ ਜਿਹੜੀਆਂ ਸਕੀਮਾਂ ਲੋਕਾਂ ਦੀ ਭਲਾਈ ਲਈ ਬਣਨੀਆਂ ਹੁੰਦੀਆਂ ਉਹਦੇ ਵਿੱਚ ਵੀ ਕਹਿੰਦੇ ਲੁੱਟ ਹੋ ਰਹੀ ਹੈ। ਬਿਲਕੁਲ ਸਰ, ਜਿਹੜੀ ESI ਦੀ ਸਕੀਮ ਹੈ ਇਹ ਵਰਕਰਾਂ ਦੇ ਭਲੇ ਵਾਸਤੇ ਬਣਾਈ ਹੈ ਸਰਕਾਰ ਨੇ ਜੀ। ਇਹ ਵਰਕਰਾਂ ਦੇ ਪੈਸੇ ਵਿੱਚੋਂ ਹੀ ਵਰਕਰਾਂ ਦੇ ਵਾਸਤੇ ਸਕੀਮ ਚੱਲਦੀ ਹੈ, ਉਹਨਾਂ ਦੀ ਤਨਖਾਹ 'ਚੋਂ ਹੀ ਪੈਸਾ ਕੱਟਿਆ ਜਾਂਦਾ ਹੈ। ਤੇ ਜਿਹੜੇ ਅਫਸਰ ਉਸ ਸਕੀਮ ਨੂੰ ਚਲਾਉਣ ਵਾਲੇ ਨੇ ਉਹਨਾਂ ਨੇ ਸਕੀਮ ਨੂੰ ਗਰਾਊਂਡ ਲੈਵਲ ਤੇ ਇੰਨਾ ਗੇਰ ਦਿੱਤਾ ਕਿ ਉਹ ਆਪਣੇ ਪੈਸੇ ਬਣਾਉਣ ਤੇ ਲੱਗੇ ਨੇ। ਉਹ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਕਰਪਸ਼ਨ ਬਾਰੇ ਸੋਚਦੇ ਨੇ ਵੀ ਪੈਸਾ ਕਿੱਥੋਂ ਆਉਣਾ, ਪਰ ਗਰੀਬ ਵਰਕਰ ਨੂੰ ਕਿਸੇ ਹਸਪਤਾਲ ਦੇ ਵਿੱਚ ਨਾ ਦਵਾਈ ਮਿਲ ਰਹੀ ਹੈ, ਨਾ ਉੱਥੇ ਡਾਕਟਰ ਨੇ। ਅਗਰ ਦਵਾਈ ਮਿਲ ਵੀ ਜਾਂਦੀ ਹੈ ਤਾਂ ਉਹ ਮਤਲਬ ਕਿ ਉਹਨੂੰ ਰੈਫਰ ਹੀ ਮਿਲਦਾ ਹੈ, ਜਾਂ 16 ਜਾਂ PG ਜਾਂ 32 ਸੈਕਟਰ, ਔਰ ਰੈਫਰ ਤੋਂ ਇਲਾਵਾ ਉਹ ਵਿਚਾਰੇ ਬਹੁਤ ਤੰਗ ਨੇ। ਇੱਕ ਤਾਂ ਤਨਖਾਹ 'ਚੋਂ ਪੈਸਾ ਕਢਾਉਂਦੇ ਨੇ, ਕਿਸੇ ਅਫਸਰ ਕੋਲ ਕੰਪਲੇਂਟ ਕਰਦੇ ਆ ਕਿਸੇ ਕਰਮਚਾਰੀ ਦੀ ਕਿ ਕਰਮਚਾਰੀ ਉਹ ਤੋਂ ਰਿਸ਼ਵਤ ਮੰਗਦਾ, ਤਾਂ ਉਹ ਅਫਸਰ ਵੀ ਇੰਨੇ ਸ਼ੈਤਾਨ ਨੇ, ਉਹ ਆਪਣੇ ਕਰਮਚਾਰੀ ਦੀ ਮਦਦ ਕਰਦੇ ਆ ਲੇਕਿਨ ਵਰਕਰ ਦੀ ਕੋਈ ਨਹੀਂ ਸੁਣਦਾ ਜੀ, ਗਰੀਬ ਵਰਕਰ ਦੀ। ਇਹ ਜਿਹੜਾ ਹੁਣ ਤੁਸੀਂ ਹੁਣ ਤੱਕ ਕਿੰਨੇ ਕੇਸਿਸ ਜਿਹੜੇ ਆ ਇਸ ਮਾਮਲੇ ਦੇ ਦੇਖ ਚੁੱਕੇ ਹੈਗੇ? ਸਰ, ਮੈਂ ESI ਦੇ ਮਾਮਲੇ 'ਚ ਘੱਟੋ ਘੱਟ ਵੀ 20 ਤੋਂ 25 ਬੰਦੇ ਤਾਂ ਇਹਨਾਂ ਦੇ ਮੈਂ ਟਰੈਪ ਕਰਾ ਚੁੱਕਿਆ ਸਰਕਾਰ ਨੂੰ, ਤੇ ਕੁਝ CBI ਨੂੰ ਵੀ ਟਰੈਪ ਕਰਾ ਚੁੱਕੇ ਆ। ਪਰ ਇਸ ਮਹਿਕਮੇ 'ਚ ਪੈਸਾ ਇੰਨਾ ਜ਼ਿਆਦਾ ਸਰ, ਸਾਡਾ ਇੱਕ ਮੋਹਾਲੀ ਦਾ ਛੋਟਾ ਜਿਹਾ ਦਫ਼ਤਰ ਹੈ ESI ਦਾ, ਇਸ ਤਰ੍ਹਾਂ ਪੂਰੇ ਪੰਜਾਬ 'ਚ ਦਫ਼ਤਰ ਨੇ। ਇੱਕ ਮੋਹਾਲੀ ਦਾ ਦਫ਼ਤਰ ਹੈ, ਉੱਥੋਂ ਮਹੀਨੇ ਦਾ 50 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਵਰਕਰ ਨੂੰ ਵੰਡਿਆ ਜਾਂਦਾ ਹੈ। ਜਿਹੜਾ ਕਿ ਵਰਕਰ ਬਿਮਾਰ ਹੁੰਦਾ ਹੈ ਜਾਂ ਉਹਦੀ ਛੁੱਟੀ ਹੈ ਜਾਂ ਉਹਦੇ ਸੱਟ ਲੱਗ ਗਈ, ਉਹਦੇ ਉਹਨੂੰ ਪੈਸੇ ਮਿਲਣੇ ਹੁੰਦੇ ਆ ਸੈਂਟਰ ਗਵਰਨਮੈਂਟ ਵੱਲੋਂ ਜੀ। ਲੇਕਿਨ ਉਸ ਦਫ਼ਤਰ ਦੇ ਵਿੱਚ ਉਹ ਜਿਹੜਾ ਕਰੋੜ ਰੁਪਈਆ ਅਫਸਰ ਨੂੰ ਦਿਖਦਾ ਵੀ ਇਹ ਵਰਕਰ ਨੂੰ ਵੰਡਣਾ, ਉਹ ਅਫਸਰ ਚਾਹੁੰਦਾ ਹੈ ਕਰੋੜ ਰੁਪਏ ਚੋਂ ਮੇਰੇ ਕੋਲ 10% ਤੋਂ ਲੈ ਕੇ 30% ਮੇਰੀ ਜੇਬ 'ਚ ਆ ਜਾਏ। ਉਹ ਗਰੀਬ ਵਰਕਰਾਂ ਤੋਂ, ਜਿਨ੍ਹਾਂ ਦੀ ਤਨਖਾਹ 10,000 ਹੁੰਦੀ ਹੈ, ਉਹਨਾਂ ਤੋਂ ਵੀ ਪੈਸੇ ਲੈ ਕੇ ਉਹਨਾਂ ਨੂੰ ਪੈਸੇ ਦਿੰਦੇ ਨੇ ਜੀ, ਜਦ ਕਿ ਉਹ ਵਰਕਰ ਸਾਰੇ ਮਤਲਬ ਅਪਸੈਟ ਨੇ ਬਹੁਤ ਜ਼ਿਆਦਾ। ਇਹ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਚਾਹੁੰਦਾ ਹੈਗਾ ਕਿ 10 ਤੋਂ 30% ਮੇਰੀ ਜੇਬ 'ਚ ਆ ਜਾਵੇ, ਇਹ ਕਿਸ ਤਰੀਕੇ ਨਾਲ ਪਾਉਂਦੇ ਨੇ ਉਹ ਜੀ? ਸਰ, ਇਹ ਵਰਕਰ ਨੂੰ ਉਹਦੇ ਕਾਗਜ਼ਾਂ 'ਚ ਕਮੀ ਕੱਢਦੇ ਨੇ। ਉਹ ਵਰਕਰ ਇੱਕ ਚੱਕਰ ਲਗਾਇਆ, 2 ਲਾਇਆ, ਕਿਸੇ ਦੀ ਡੈਥ ਹੋ ਗਈ, ਉਹਦੇ ਡੈਥ ਸਰਟੀਫਿਕੇਟ 'ਚ ਕਮੀ ਕੱਢ ਦਿੰਦੇ ਨੇ, ਤੇਰਾ ਨਾਮ ਠੀਕ ਨਹੀਂ, ਤੇਰੀ ਡੇਟ ਆਫ ਬਰਥ ਠੀਕ ਨਹੀਂ।
ਉਹ ਠੀਕ ਕਰਾਉਣ ਦੇ ਚੱਕਰ 'ਚ ਇਹ ਵਿੱਚ ਫਿਰ ਜਦੋਂ ਬੰਦਾ ਥੱਕ ਜਾਂਦਾ ਹੈ, ਜੀ ਫਿਰ ਉਹਨੂੰ ਇਹਨਾਂ ਦਾ ਵਰਕਰ ਆ ਕੇ ਕਹਿੰਦਾ ਵੀ ਭਾਈ ਇੰਨੇ ਕੁ ਪੈਸੇ ਖਰਚ ਤੇਰਾ ਕੰਮ ਹੋ ਜਾਊ। ਉਹ ਫਿਰ ਆਪਣੀ ਸਲਾਹ ਦਿੰਦੇ ਨੇ, ਮਤਲਬ ਇਸ ਤਰ੍ਹਾਂ ਦੀ ਕਰਪਸ਼ਨ ਦੀ। ਫਿਰ ਉਹ ਵਰਕਰ ਦੁਖੀ ਹੋ ਕੇ ਜਦੋਂ ਮਹੀਨੇ 2 ਮਹੀਨੇ ਚੱਕਰ ਕੱਟ ਲੈਂਦਾ, ਫਿਰ ਵਿਚਾਰਾ ਪੈਸੇ ਦੇ ਦਿੰਦਾ ਗਰੀਬ, ਉਹਨੇ ਕੀ ਕਰਨਾ, ਸਰਕਾਰ ਤਾਂ ਕੋਈ ਸੁਣਦੀ ਨਹੀਂ, ਤੇ ਫਿਰ ਉਹ ਉਹਨਾਂ ਨੂੰ ਪੈਸੇ ਦੇ ਦਿੰਦਾ ਰਿਸ਼ਵਤ ਤੇ ਆਪਣਾ ਕੰਮ ਕਰਾਉਣ ਵਾਸਤੇ। ਜਾਣੀ ਕਿ ਇਸ ਤਰੀਕੇ ਨਾਲ ਜੇ ਕਿਸੇ ਨੇ 1000 ਰੁਪਏ ਦਾ ਕੰਮ ਕਰਾਉਣਾ ਤਾਂ ਉਸ ਤੋਂ ਪਹਿਲਾਂ ਹੀ 10 ਉਹਦੇ ਵਿੱਚੋਂ ਇੱਕ 10% ਦੀ ਹਿੱਸਾ ਜਿਹੜਾ ਵੱਧਾ ਹੀ ਕੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ ਜੀ, ਪਹਿਲਾਂ ਹੀ ਉਹ ਤੋਂ ਸੋਚ ਕੇ ਚੱਲਦੇ ਨੇ ਕਿ 10% ਤਾਂ ਲੈਣਾ ਹੀ ਹੈ, ਇਹਨੂੰ ਜਾਣ ਹੀ ਨਹੀਂ ਦੇਣਾ। ਜਸਵੀਰ ਸਰ, ਜਦੋਂ ਤੁਸੀਂ ਹੁਣ ਤੱਕ ਦੇ ਸਿਸਟਮ ਨੂੰ ਸਮਝਦੇ ਇੰਨਾ ਸਮਾਂ ਹੋ ਗਿਆ, ਇਹ ਅਦਾਲਤੀ ਪ੍ਰਕਿਰਿਆ ਇੰਨੀ ਸਲੋ ਕਿਉਂ ਹੈਗੀ ਆ? ਕਾਰਨ ਕੀ ਹੈਗੇ ਨੇ? ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਕਿ ਜੱਜਾਂ ਦੀ ਘਾਟ ਹੈਗੀ ਆ, ਹੋਰ ਵੀ ਕਾਰਨ ਨੇ ਇਸ ਚੀਜ਼ ਦੇ? ਸਰ, ਅਦਾਲਤੀ ਪ੍ਰਕਿਰਿਆ 'ਚ ਇਸ ਤਰ੍ਹਾਂ ਹੈ ਕਿ ਜਿਹੜਾ ਵਕੀਲ ਆਪੋਜੀਟ ਹੁੰਦਾ ਹੈ, ਜਿਹੜਾ ਕਿ ਕ੍ਰਿਮੀਨਲ ਦਾ ਸਾਥ ਦਿੰਦਾ ਹੈ, ਉਹ ਵਕੀਲ ਨੂੰ ਪਤਾ ਹੈ ਕਿ ਮੇਰਾ ਕਲਾਇੰਟ ਕ੍ਰਿਮੀਨਲ ਹੈ ਜਾਂ ਮੇਰਾ ਬੰਦਾ ਕਸੂਰਵਾਰ ਹੈ, ਉਹਨੂੰ ਪਤਾ ਹੁੰਦਾ ਹੈ। ਉਹਨੇ ਕੀ ਕਰਨਾ, ਉਹਨੇ ਹਰ ਤਰੀਕ ਤੇ ਡੇਟ ਲੈਣ ਦੀ ਕੋਸ਼ਿਸ਼ ਕਰਨੀ ਹੈ। ਉਹਨੂੰ ਪਤਾ ਕਿ ਅਲਟੀਮੇਟਲੀ ਮੇਰੇ ਕਲਾਇੰਟ ਨੂੰ ਸਜ਼ਾ ਹੋਣੀ ਹੈ, ਉਹਨੇ ਉਹਨੂੰ ਲੰਬਾ ਖਿੱਚਣਾ ਹੈ 6 ਮਹੀਨੇ, ਸਾਲ, 10 ਸਾਲ। ਔਰ ਜੱਜਿਸ ਨੂੰ ਵੀ ਇਹ ਪਤਾ ਹੁੰਦਾ ਹੈ ਵੀ ਇਹ ਤਰੀਕਾਂ ਕੀ ਲੈਂਦੇ ਨੇ। ਉਹ ਜੱਜ ਵੀ ਵਿਚਾਰੇ ਕੁਝ ਨਹੀਂ ਕਰ ਪਾਉਂਦੇ, ਉਹ ਤਰੀਕਾਂ ਦੇਈ ਜਾਂਦੇ ਨੇ, ਉਹ ਕੇਸ ਲੰਬਾ ਹੋਈ ਜਾਂਦਾ। ਉਹ ਜਦੋਂ ਤੱਕ ਬੰਦੇ ਨੂੰ ਇਨਸਾਫ ਮਿਲਦਾ ਹੈ, ਉਹਦਾ ਨਾ ਤਦ ਤੱਕ ਉਹਦਾ ਹੌਸਲਾ ਹੀ ਟੁੱਟ ਜਾਂਦਾ, ਉਹਦੇ ਨੂੰ ਇਨਸਾਫ ਵਾਸਤੇ ਅਹਿਮੀਅਤ ਹੀ ਨਹੀਂ ਰਹਿੰਦੀ, ਉਹ ਟੁੱਟ ਚੁੱਕਿਆ ਹੁੰਦਾ ਜਦ ਤੱਕ। ਜੇ ਇਨਸਾਫ ਮਿਲਿਆ ਵੀ ਤਾਂ ਉਸ ਤੋਂ ਬਾਅਦ ਉਹਨੂੰ ਕੋਈ ਉਹਦਾ ਮਜ਼ਾ ਨਹੀਂ ਆਉਂਦਾ। ਤੁਹਾਨੂੰ ਲੰਮਾ ਸਮਾਂ ਹੋ ਗਿਆ ਅਦਾਲਤਾਂ ਦੇ ਵਿੱਚ ਵਿਚਰਦਿਆਂ ਨੂੰ, ਕਿੱਦਾਂ ਦੇ ਕੇਸ ਅਦਾਲਤਾਂ ਦੇ ਵਿੱਚ ਆਉਂਦੇ ਨੇ ਅੱਜ ਕੱਲ੍ਹ, ਜਾਂ ਕਿਸ ਤਰੀਕੇ ਦਾ ਮਾਹੌਲ ਹੈਗਾ ਅਦਾਲਤਾਂ ਦਾ ਅੱਜ ਕੱਲ੍ਹ? ਸਰ, ਬਹੁਤ ਸਾਰੇ ਤਾਂ ਆਪਣੇ ਪੰਜਾਬ ਦੇ ਤੁਸੀਂ ਕੇਸ ਲੈ ਲਓ, ਜ਼ਮੀਨਾਂ ਦੇ ਕੇਸ ਨੇ, ਭਰਾ ਦਾ ਕੇਸ ਹੈ ਜ਼ਮੀਨ ਦਾ, ਔਰ ਦੋਨੋਂ ਵਕੀਲ ਅਦਾਲਤ ਦੇ ਵਿੱਚ ਲੜਦੇ ਨੇ। ਉਹ ਇੱਕ ਦੂਜੇ ਭਰਾ ਨੂੰ ਬੇਵਕੂਫ ਬਣਾਉਂਦਾ, ਦੂਜਾ ਦੂਜੇ ਨੂੰ ਬਣਾਉਂਦਾ, ਤੇ ਸ਼ਾਮ ਨੂੰ ਉਹ ਇਕੱਠੇ ਪੈਕ ਲਾਉਂਦੇ ਨੇ, ਤੇ ਉਸ ਤੋਂ ਬਾਅਦ ਉਹ ਵਰਕਰ ਵਿਚਾਰੇ ਭਰਾ ਲੜਦੇ ਰਹਿੰਦੇ ਆ। ਔਰ ਜ਼ਮੀਨ ਦਾ ਕੇਸ ਮੈਨੂੰ ਨਹੀਂ ਲੱਗਦਾ ਕਿ 15 ਸਾਲ ਤੋਂ ਪਹਿਲਾਂ ਕੋਈ ਫੈਸਲਾ ਹੁੰਦਾ, ਔਰ ਜਦ ਤੱਕ ਮਤਲਬ ਤੀਜੀ ਪੀੜ੍ਹੀ ਆ ਜਾਂਦੀ ਹੈ ਕਿਸਾਨਾਂ ਦੀ, ਤੀਜੀ ਪੀੜ੍ਹੀ ਆ ਜਾਂਦੀ ਕੇਸ ਲੜਦੇ, ਲੇਕਿਨ ਜ਼ਮੀਨ ਦਾ ਕੇਸ ਉੱਥੇ ਹੀ ਚੱਲਦਾ ਹੁੰਦਾ, ਤੇ ਉਹ ਆਪਸ 'ਚ ਇੱਕ ਦੂਜੇ ਨਾਲ ਸਲਾਹ ਕਰਕੇ ਚੱਲਦੇ ਇੱਕ ਹਿਸਾਬ ਨਾਲ। ਜਦ ਕਿ ਉਹ ਕੰਪਰੋਮਾਈਜ਼ ਕਰਕੇ ਪਹਿਲੇ ਦਿਨ ਕੇਸ ਖਤਮ ਹੋ ਸਕਦਾ। ਅਗਰ ਦੋਨੋਂ ਭਰਾ ਇੱਕ ਭਰਾ ਦਬ ਕੇ ਬੈਠ ਕੇ ਸੈਟਲ ਕਰ ਲੈਣ, ਉਹ ਪਹਿਲੇ ਦਿਨ ਹੀ ਖਤਮ ਹੋ ਸਕਦਾ, ਕੇਸ ਕੋਰਟ ਤੱਕ ਜਾ ਹੀ ਨਹੀਂ ਸਕਦਾ, ਘਰੇ ਫੈਸਲਾ ਹੋ ਸਕਦਾ। ਜੇ 15 ਸਾਲ ਤੁਸੀਂ ਜ਼ਿਕਰ ਕੀਤਾ, 10 ਅਸੀਂ ਕਹਿੰਦੇ ਕਿ 10-15 ਸਾਲ ਕੇਸ ਚੱਲਦਾ, ਤਾਂ ਮੈਨੂੰ ਲੱਗਦਾ ਕਿ ਤਰੀਕਾਂ ਕਿੰਨੀਆਂ ਪੈਂਦੀਆਂ ਹੋਣਗੀਆਂ, ਉਸ ਹਿਸਾਬ ਨਾਲ ਕਿੰਨੇ ਪੈਸੇ ਤਾਂ ਵਕੀਲ ਹੀ ਲੈ ਜਾਂਦੇ। ਸਰ, ਹਰ ਤਰੀਕ 2-3 ਮਹੀਨੇ ਦੀ ਤਰੀਕ ਪੈਂਦੀ ਹੈ ਜੀ, ਔਰ ਤਰੀਕਾਂ 'ਚ ਵਰਕਰ ਮਤਲਬ ਪਿੰਡ ਦੇ ਜਿਹੜੇ ਬੰਦੇ ਨੇ ਆਪਣੇ ਦੇਸੀ ਬੰਦੇ, ਉਹ ਬੜੀ ਤਿਆਰੀ ਕਰਕੇ ਆਉਂਦੇ ਵੀ ਅੱਜ ਤਰੀਕ ਤੇ ਕੁਝ ਹੋ ਜਾਣਾ, ਪਰ ਉੱਥੇ ਜਾਂਦੇ ਨੂੰ ਕਈ ਵਾਰੀ ਜੱਜ ਨਹੀਂ ਹੁੰਦਾ, ਕਈ ਵਾਰੀ ਵਕੀਲ ਨਹੀਂ ਹੁੰਦਾ, ਤਾਂ ਤਰੀਕ ਪੈ ਗਈ, ਫਿਰ ਉਦਾਸ ਹੋ ਕੇ ਆ ਜਾਂਦੇ ਨੇ। ਜਾਣੀ ਕਿ ਇਸ ਤਰੀਕੇ ਨਾਲ ਆਪਸ ਦੇ ਵਿੱਚ ਅੰਡਰਸਟੈਂਡਿੰਗ ਕਰਕੇ ਲੰਮਾ ਸਮਾਂ ਕੇਸ ਖਿੱਚਿਆ ਜਾਂਦਾ। ਬਿਲਕੁਲ। ਇਹ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਵੀ ਸਮਝ ਚਾਹੀਦੀ ਇਸ ਚੀਜ਼ ਦੀ ਕਿ ਮੂਰਖ ਬਣਨ ਨਾਲੋਂ ਆਪ ਹੀ ਸਮਝ ਨਾਲ ਕੰਮ ਲਿਆ ਜਾਵੇ? ਸਰ, ਮੇਰੀ ਤਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਇਹ ਸਲਾਹ ਵੀ ਛੋਟੇ-ਛੋਟੇ ਕੇਸਾਂ ਨੂੰ ਲੈ ਕੇ ਕੋਰਟ 'ਚ ਨਹੀਂ ਜਾਣਾ ਚਾਹੀਦਾ। ਪਿੰਡ 'ਚ ਬੈਠ ਕੇ, ਪੰਚਾਇਤ 'ਚ ਬੈਠ ਕੇ ਫੈਸਲਾ ਕਰ ਲਓ। 2 ਵੱਧ ਘੱਟ ਇੱਕ ਬੰਦਾ ਝੁਕ ਜਾਏ ਤਾਂ ਫੈਸਲਾ 1 ਸੈਕਿੰਡ ਲੱਗਦਾ ਜੀ ਹੋਣ ਨੂੰ, ਔਰ ਜੇ 2 ਪੈਸੇ ਇੱਕ ਨੂੰ ਘੱਟ ਵੀ ਮਿਲ ਰਹੇ ਨੇ, ਕੋਰਟ ਜਾਣ ਨਾਲੋਂ ਫਿਰ ਵੀ ਉਹਨੂੰ ਫਾਇਦਾ ਹੈ। ਅਗਰ ਜ਼ਮੀਨ ਥੋੜੀ ਘੱਟ ਵੀ ਮਿਲ ਰਹੀ ਹੈ, ਕੋਰਟ ਜਾਣ ਨਾਲੋਂ ਫਿਰ ਵੀ ਫਾਇਦਾ ਹੈ ਜੀ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਹੁਤ ਸਾਰੇ ਕੇਸਿਸ ਤੁਸੀਂ ਹੁਣ ਤੱਕ ਆਪਣੇ ਤੌਰ ਤੇ ਹੱਲ ਕਰ ਚੁੱਕੇ ਹੋ ESI ਵਾਲੇ ਮਾਮਲਿਆਂ ਦੇ ਵਿੱਚ। ਕੋਈ ਐਗਜ਼ਾਮਪਲਰੀ ਕੇਸ ਜਿਹਦੇ ਵਿੱਚ ਤੁਹਾਡੀ ਵੀ ਪੂਰੀ ਵਾਹ ਲੱਗੀ ਹੋਵੇ, ਬੜਾ ਜ਼ੋਰ ਲੱਗਾ ਹੋਵੇ? ਦੂਸਰੇ ਪਾਸੇ ਕਿਉਂਕਿ ਸਿਸਟਮ ਬੜੇ ਵੱਡੇ ਪੱਧਰ ਤੱਕ ਦਾ ਨੈਟਵਰਕ ਹੈਗਾ, ਤਾਂ ਉਹ ਫਿਰ ਪੂਰੀ ਪਾਵਰ ਵਰਤਦੇ, ਸਰਕਾਰ ਤੱਕ ਵੀ ਪਹੁੰਚ ਹੁੰਦੀ ਹੈ। ਸਰ, ਮੇਰੇ ਕੋਲ ਜਿਹੜੇ ਗਰੀਬ ਵਰਕਰਾਂ ਦੇ ਕੇਸ ਆਉਂਦੇ ਆ, ਕਿਸੇ ਦੀ ਡੈਥ ਹੋ ਜਾਂਦੀ ਹੈ, ਕਿਸੇ ਦੇ ਮੈਡੀਕਲ ਦੇ ਪੈਸੇ ਹੁੰਦੇ ਨੇ, ਤੇ ਮੇਰੇ ਜਿਹੜਾ ਅਗੇਂਸਟ ਹੈ ESI ਕਾਰਪੋਰੇਸ਼ਨ ਬਹੁਤ ਪਾਵਰਫੁਲ ਹੈ, ਉਹਨਾਂ ਕੋਲ ਬਹੁਤ ਵੱਡੇ ਵਕੀਲ ਨੇ ਜੀ, ਔਰ ਮੇਰੇ ਖਿਲਾਫ ਘੱਟੋ ਘੱਟ ਵੀ ਉਹ 15 ਤੋਂ ਜ਼ਿਆਦਾ ਵਕੀਲ ਬਦਲ ਚੁੱਕੇ ਨੇ ਅੱਜ ਤੱਕ ਕੋਰਟ 'ਚ। ਤੇ ਉਹ ਗਰੀਬ ਵਰਕਰ ਨੂੰ ਹਰ ਹਾਲਤ 'ਚ ਉਹ ਕੇਸ ਹਰਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਵਰਕਰ ਕੋਰਟ 'ਚ ਕਿਉਂ ਗਿਆ ਇਨਸਾਫ ਲੈਣ ਵਾਸਤੇ, ਔਰ ਕੋਰਟ 'ਚ ਵਰਕਰ ਨੂੰ ਇਨਸਾਫ ਮਿਲਦਾ ਹੈ। ਦੇਰ ਜ਼ਰੂਰ ਲੱਗਦੀ ਹੈ, ਪਰ ਕੋਰਟ ਦੇ ਵਿੱਚ ਵਰਕਰ ਨੂੰ ਇਨਸਾਫ ਮਿਲਦਾ ਹੈ। ਜਦੋਂ ਇਨਸਾਫ ਮਿਲਦਾ ਹੈ ਤਾਂ ESI ਕਾਰਪੋਰੇਸ਼ਨ ਇੰਨਾ ਪਾਵਰਫੁਲ ਹੈ, ਉਹਦੀ ਸਟੇਟ ਕਮਿਸ਼ਨ ਦੇ ਵਿੱਚ ਕੰਪਲੇਂਟ ਪਾਉਂਦਾ ਹੈ, ਹਾਈ ਕੋਰਟ ਚਲੇ ਜਾਂਦਾ ਹੈ। ਈਵਨ ਕਈ ਕੇਸਾਂ 'ਚ ਤਾਂ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ ਪਾਤੀ ਹੈ ਉਹਨਾਂ ਵਰਕਰ ਦੇ ਖਿਲਾਫ ਜੀ। ਉੱਥੇ ਜੱਜ ਸਾਹਿਬ ਨੇ ਦੇਖ ਕੇ ਇਹਨਾਂ ਦੇ ਖਿਲਾਫ ਐਸਾ ਖਤਰਨਾਕ ਫੈਸਲਾ ਦਿੱਤਾ ਹੈ, ਇਹਨਾਂ ਦੇ ਖਿਲਾਫ ਐਸਾ ਪਾਸ ਕੀਤਾ ਉਹਨਾਂ ਨੇ, ਮਤਲਬ ਕਿ ਕੰਡੀਸ਼ਨਸ, ਕਿ ਇਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਗਰੀਬ ਵਰਕਰ ਨਾਲ ਇੱਥੇ ਤੱਕ ਪਹੁੰਚ ਗਏ, ਜਦ ਕਿ ਉਹਨੂੰ ਵਰਕਰ ਨੂੰ ਥੋੜੇ ਪੈਸੇ ਦੇਣੇ ਸੀਗੇ, ਮਤਲਬ ਤੁਸੀਂ ਆਪਣੀ ਪਾਵਰ ਦੀ ਮਿਸਯੂਜ਼ ਕਰ ਰਹੇ ਹੋ। ਸੁਪਰੀਮ ਕੋਰਟ ਨੇ ਇਹਨਾਂ ਨੂੰ ਡਾਂਟ ਵੀ ਲਗਾਈ ਹੈ ਉਸ ਕੇਸ 'ਚ। ਇਹ ਸਰ, ਹੁਣ ਤੱਕ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਜਿਸ ਤਰੀਕੇ ਨਾਲ ਜੇ ਅਸੀਂ ਪੈਸੇ ਦੀ ਹੇਰ-ਫੇਰ ਦੀ ਗੱਲ ਕਰੀਏ, ਇਕੱਲੇ ਤੁਹਾਡੇ ESI ਕੇਸਾਂ ਦੇ ਵਿੱਚ ਕਿੰਨੇ ਕੁ ਪੈਸਿਆਂ ਦਾ ਹੇਰ-ਫੇਰ ਜਾਂ ਕਿੰਨੇ ਕੁ ਲੈਵਲ ਦਾ ਹੇਰ-ਫੇਰ ਕਰ ਚੁੱਕੇ ਨੇ ਹੁਣ ਇਹ ਲੋਕ? ਸਰ, ESI ਦੇ ਵਿੱਚ ਜਿਹੜੇ ਸਾਡੇ ਲੋਕਲ ਲੈਵਲ ਦੇ ਡਾਇਰੈਕਟਰ ਨੇ, ਉਹ ਸਾਲ ਦੇ ਵਿੱਚ ਘੱਟੋ ਘੱਟ 20 ਕਰੋੜ ਰੁਪਏ ਤਾਂ ਇੱਕ ਡਾਇਰੈਕਟਰ ਰਿਸ਼ਵਤ ਬਣਾ ਲੈਂਦਾ ਹੈ। ਜਿਹੜੇ ਉਹਦੇ ਅਸਿਸਟੈਂਟ ਡਾਇਰੈਕਟਰ ਨੇ ਥੱਲੇ, ਉਹ ਵੀ 2-2, 4-4 ਕਰੋੜ ਤੋਂ ਘੱਟ ਉਹ ਵੀ ਨਹੀਂ ਛੱਡਦਾ। ਇਹਨਾਂ ਦੇ ਇੰਸਪੈਕਟਰ ਨੇ ਅੱਗੇ ਨੀਚੇ, ਇੰਸਪੈਕਟਰ ਵੀ ਮਹੀਨੇ ਦਾ 20 ਲੱਖ ਰੁਪਏ ਛੱਡਦੇ ਨਹੀਂ ਜੀ। ਮਤਲਬ ਉਹ ਸਾਰਾ ਕੋਸਟ ਵਰਕਰਾਂ ਤੇ ਪੈਂਦੀ ਹੈ, ਉਹ ਸਾਰਾ ਵਰਕਰਾਂ ਦਾ ਪੈਸਾ ਹੈ, ਔਰ ਸਫਰ ਵਰਕਰ ਹੀ ਕਰ ਰਿਹਾ, ਗਰੀਬ ਬੰਦਾ ਹੀ ਕਰ ਰਿਹਾ। ਮੈਂ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਵਾਗਡੋਰ ਹੁੰਦੀ ਹੈ
ਇੱਕ ਪੋਲੀਟੀਕਲ ਕਲਾਸ ਦੇ ਹੱਥ ਹੁੰਦੀ ਹੈ, ਇੱਕ ਅਫਸਰਸ਼ਾਹੀ ਦੇ ਹੱਥ ਹੁੰਦੀ ਹੈ। ਬਿਲਕੁਲ। ਤੇ ਇਹ ਜਦੋਂ ਤੁਸੀਂ ਇਹਨਾਂ ਦੀ ਗੱਲ ਕਰਦੇ ਹੋ ਜਾਂ ਸਹੀ ਕੇਸਾਂ ਦੀ ਗੱਲ ਕਰਦੇ ਹੋ ਜਾਂ ਹੋਰ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਮਾਮਲੇ ਹੁੰਦੇ ਨੇ ਉਹਨਾਂ ਦੇ ਨਾਲ ਅਸੀਂ ਕੇਸਾਂ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਅਫਸਰਸ਼ਾਹੀ ਦਾ ਬੜਾ ਰੋਲ ਹੁੰਦਾ ਹੈ। ਤਾਂ ਲੱਗਦਾ ਕਿ ਅਫਸਰਸ਼ਾਹੀ ਦੀ ਵੀ ਬੜੀ ਵੱਡੀ ਭੂਮਿਕਾ ਰਹਿੰਦੀ ਹੈ ਇਹਨਾਂ ਕੇਸਾਂ ਦੇ ਵਿੱਚ। ਸਰ ਜੇ ਅਫਸਰਸ਼ਾਹੀ ਇਮਾਨਦਾਰ ਹੋਵੇ ਤਾਂ ਕਿਸੇ ਨੀਚੇ ਦੇ ਵਰਕਰ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹ ਵਰਕਰ ਦਾ ਕੰਮ ਨਾ ਕਰੇ ਔਰ ਉਹ ਤੋਂ ਰਿਸ਼ਵਤ ਦੀ ਆਸ ਰੱਖੇ। ਪਰ ਜਿਹੜੇ ਅਫਸਰ ਹੈ ਉਹ ਆਪ ਸਾਹਮਣੇ ਆਉਂਦੇ ਨਹੀਂ, ਆਪਣੇ ਜੂਨੀਅਰ ਜਿਹੜੇ ਬੰਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਪੈਸਾ ਇਹਨਾਂ ਤੋਂ ਲਿਆ ਕੇ ਸਾਨੂੰ ਦਿਓ। ਔਰ ਮੇਨ ਸਾਰੀ ਜਿਹੜਾ ਹਾਲਤ ਵਿਗੜ ਰਹੇ ਪੰਜਾਬ ਦੇ ਇਹ ਅਫਸਰਸ਼ਾਹੀ ਕਰਕੇ ਵਿਗੜ ਰਹੇ। ਤੁਸੀਂ ਕਿਉਂਕਿ ਅਦਾਲਤ ਦੇ ਵਿੱਚ ਗੱਲਾਂ ਵੀ ਚੱਲਦੀਆਂ ਹੋਣੀਆਂ, ਪਿੱਛੇ ਜੇ ਬਹੁਤ ਸਾਰੇ ਮਾਮਲੇ ਇਦਾਂ ਦੇ ਆਏ ਜਿਹੜੇ ਮੋਹਾਲੀ ਦੇ ਨੇੜੇ ਤੇੜੇ ਵੀ ਕਹਿੰਦੇ ਜ਼ਮੀਨਾਂ ਬੜੀਆਂ ਆਪਣੇ ਹਿਸਾਬ ਨਾਲ ਇਹਨਾਂ ਨੇ ਅਗਵਾ ਕੀਤੀਆਂ ਹੈਗੀਆਂ, ਉਹਨਾਂ ਦੇ ਉੱਪਰ ਵੀ ਕਬਜ਼ੇ ਕੀਤੇ ਹੈਗੇ ਆ। ਬਿਲਕੁਲ। ਇਹ ਲੱਗਦਾ ਕਿ ਇਸ ਸਿਸਟਮ ਦੇ ਵਿੱਚ ਫਿਰ ਅੰਡਰਸਟੈਂਡਿੰਗ ਹੋ ਜਾਂਦੀ ਸਾਰੀ ਪੋਲੀਟੀਕਲ ਕਲਾਸ ਦੀ, ਅਫਸਰਸ਼ਾਹਾਂ ਦੀ। ਇਹ ਸਰ ਜਿਹੜੇ ਆਪਣੇ ਪੋਲੀਟੀਕਲ ਬੰਦੇ ਨੇ ਨਾ ਉਹ ਆਪਣੇ ਇਨਫਲੂਐਂਸ ਨਾਲ ਅਫਸਰਾਂ ਤੇ ਦਬਾਅ ਪਾਉਂਦੇ ਨੇ ਜੀ, ਔਰ ਅਫਸਰਾਂ ਤੇ ਦਬਾਅ ਪਾਉਣ ਦੇ ਨਾਲ ਨਾਲ ਉਹਨਾਂ ਨੂੰ ਇਹ ਪੈਸਾ ਵੀ ਆਫਰ ਕਰ ਦਿੰਦੇ ਨੇ। ਉਹ ਪੈਸਾ ਆਫਰ ਕਰਨ ਨਾਲ ਜਿੰਨੇ ਗਲਤ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਆ ਇਹ ਸਾਰਾ ਪੈਸੇ ਦੀ ਵਜ੍ਹਾ ਨਾਲ ਹੋ ਰਿਹਾ। ਸਾਰੇ ਉਹ ਜ਼ਮੀਨਾਂ ਦੀ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਕਿ ਉਹ ਇੰਨੀ ਕੁ ਆਫਰ ਕਰ ਦਿੰਦੇ ਆ ਕਿ ਅਫਸਰ ਵੀ ਪੈਸਾ ਸੁਣ ਕੇ ਹਿੱਲ ਜਾਂਦਾ, ਉਹ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਇੰਨਾ ਪੈਸਾ ਦੇ ਕੇ। ਪੈਸੇ ਦੀ ਖੇਡ ਆ ਸਾਰੀ, ਇਸੇ ਕਰਕੇ ਨੁਕਸਾਨ ਹੋ ਰਿਹਾ ਹੈ। ਹਾਂਜੀ। ਤੇ ਇਹਦੇ ਵਿੱਚੋਂ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਸਿਸਟਮ ਦੇ ਵਿੱਚ ਜਿਹੜਾ ਨਿਗਾਰ ਆ ਰਿਹਾ ਹੈਗਾ, ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਨਾਲ ਇਸ ਚੀਜ਼ ਤੋਂ ਬਚਿਆ ਜਾ ਸਕਦਾ ਜਾਂ ਕਿਸ ਤਰੀਕੇ ਨਾਲ, ਖਾਸ ਕਰਕੇ ਜਿਵੇਂ ਹੁਣ ਅਫਸਰਸ਼ਾਹੀ ਜਿੱਥੇ ਜਿਹਨਾਂ ਨੂੰ ਕਮਾਂਡ ਪੰਜਾਬ ਦੀ ਦਿੱਤੀ ਹੋਵੇ, ਦੂਜੇ ਪਾਸੇ ਸਿਆਸਤਦਾਨ ਜਿਹਨਾਂ ਨੂੰ ਕਮਾਂਡ ਪੰਜਾਬ ਦੀ ਦਿੱਤੀ ਹੋਵੇ, ਉਹ ਆਪਸ 'ਚ ਹੀ ਮਿਲ ਜਾਣ ਤਾਂ ਫਿਰ ਲੋਕਾਂ ਦਾ ਭਲਾ ਕਿਸ ਤਰੀਕੇ ਨਾਲ ਹੋ ਸਕਦਾ? ਬਚਣਾ ਕਿੱਦਾਂ ਹੈਗਾ ਇੱਥੋਂ? ਸਰ ਬਚਣਾ ਤਾਂ ਹੁਣ ਜੇ ਪੰਜਾਬ ਦੀ ਦੇਖੋ ਸਰਕਾਰ ਬਦਲੀ ਹੈ ਪਿਛਲੇ ਕਈ ਸਾਲਾਂ ਤੋਂ, ਆਮ ਆਦਮੀ ਪਾਰਟੀ ਸਰਕਾਰ ਆਈ ਹੈ, ਲੋਕਾਂ ਨੂੰ ਪੰਜਾਬ 'ਚ ਬੜੀਆਂ ਉਮੀਦਾਂ ਨੇ ਇਸ ਦੇ ਉੱਤੇ, ਭਗਵੰਤ ਮਾਨ ਤੇ ਬੜੀਆਂ ਉਮੀਦਾਂ ਨੇ, ਲੇਕਿਨ ਗਰਾਊਂਡ ਲੈਵਲ ਤੇ ਅਜੇ ਸਰਕਾਰ ਤੋਂ ਕੰਮ ਨਹੀਂ ਹੋ ਰਿਹਾ ਪ੍ਰੋਪਰ। ਅਜੇ ਵੀ ਮਤਲਬ ਕਿਸੇ ਵੀ ਬੰਦੇ ਦਾ ਆਮ ਆਪਣੀ ਮਰਜ਼ੀ ਨਾਲ ਕੰਮ ਨਹੀਂ ਹੁੰਦਾ। ਅਜੇ ਵੀ ਰਿਸ਼ਵਤਖੋਰੀ ਬਹੁਤ ਚੱਲ ਰਹੀ ਹੈ। ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬੰਦੇ ਵੀ ਬਹੁਤ ਫੜੇ ਨੇ, ਪੁਲਿਸ 'ਚ ਵੀ ਰੋਜ਼ ਹਰ ਇੱਕ ਬੰਦਾ ਟਰੈਪ ਹੋ ਰਿਹਾ ਔਰ ਸਾਡੇ ਮਹਿਕਮੇ 'ਚ ਵੀ ਕਾਫੀ ਬੰਦੇ ਟਰੈਪ ਹੋ ਰਹੇ ਨੇ, ESI ਵਗੈਰਾ 'ਚ ਵੀ। ਪਰ ਉਹ ਵਰਕਰਾਂ ਦੇ ਨਾ ਜਿਹੜਾ ਰਿਸ਼ਵਤ ਹੈ ਨਾ ਉਹਨਾਂ ਦੇ ਖੂਨ 'ਚ ਬੈਠ ਚੁੱਕੀ ਹੈ, ਉਹ ਟਰੈਪ ਤੋਂ ਵੀ ਨਹੀਂ ਡਰਦੇ। ਉਹ ਫਿਰ ਵੀ ਮਤਲਬ ਹਰ ਕੋਸ਼ਿਸ਼ ਕਰਦੇ ਆ ਕਿ ਬਿਨਾਂ ਪੈਸੇ ਲਏ ਮੈਂ ਸਰਕਾਰ ਦਾ ਪੈਸਾ ਕਿਸੇ ਨੂੰ ਦੇਣਾ ਨਹੀਂ। ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਕਿ ਡਾਇਰੈਕਟਰ ਲੈਵਲ ਦੇ ਬੰਦਿਆਂ ਤੱਕ ਵੀ ਤੁਹਾਡਾ ਵਾਹ ਪਿਆ ਹੈਗਾ। ਜਦੋਂ ਇਦਾਂ ਦੇ ਮਾਮਲੇ ਹੁੰਦੇ ਆ ਫਿਰ ਕਹਿੰਦੇ ਕਿ ਤੁਹਾਡੇ ਤੱਕ ਵੀ ਪਹੁੰਚ ਹੁੰਦੀ ਹੈ ਵੀ ਪਿੱਛੇ ਹੋ ਜਾਓ, ਨਹੀਂ ਤਾਂ ਫਿਰ ਨਤੀਜੇ ਭੁਗਤਣੇ ਪੈਣਗੇ ਇਹਨਾਂ ਚੀਜ਼ਾਂ ਦੇ। ਸਰ ਜਦੋਂ ਡਾਇਰੈਕਟਰ ਲੈਵਲ ਤੇ ਗੱਲ ਜਾਂਦੀ ਹੈ ਤੇ ਮੈਨੂੰ ਵੀ ਕਈ ਵਾਰੀ ਐਸੇ ਹਸਪਤਾਲ ਦੇ ਵਿੱਚ ਕਿਸੇ ਵਰਕਰ ਦਾ ਕੋਈ ਬੈਨੀਫਿਟ ਦਿਵਾਉਣਾ ਹੁੰਦਾ ਤੇ ਉਹ ਸਾਰੇ ਡਾਕਟਰ ਚੰਡੀਗੜ੍ਹ ਮੈਂ 2-3 ਵਾਰੀ ਮੈਨੂੰ ਇਕੱਠੇ ਹੋ ਕੇ ਪੈ ਜਾਂਦੇ ਨੇ, ਮੈਨੂੰ ਕਈ ਵਾਰੀ ਪੁਲਿਸ ਵੀ ਬੁਲਾਉਣੀ ਪੈਂਦੀ ਉੱਥੇ। ਪਰ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ESI ਦੇ, ਇਹ ਦਿੱਲੀ ਤੱਕ ਇਹਨਾਂ ਦੀ ਕਰਪਸ਼ਨ ਦੀ ਐਡੀ ਬੜੀ ਚੇਨ ਬਣੀ ਹੋਈ ਹੈ ਨਾ, ਇਹ ਇੱਥੋਂ ਇਕੱਠਾ ਕਰਕੇ ਦਿੱਲੀ ਜਾਂਦਾ ਹੈ। ਇਹਨਾਂ ਦੇ ਖਿਲਾਫ ਤੁਸੀਂ ਕਿਸੇ ਨੂੰ ਕੋਈ ਵੀ ਸ਼ਿਕਾਇਤ ਕਰ ਲਓ, ਈਵਨ PM ਆਫਿਸ ਵੀ ਮੈਂ ਬਹੁਤ ਕੰਪਲੇਂਟਾਂ ਕਰ ਚੁੱਕਿਆ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਰੈਗੂਲਰ ਆਨਲਾਈਨ। ਜਿਹਦੇ ਖਿਲਾਫ ਦੇ ਮੈਂ ਅਫਸਰ ਦੇ ਖਿਲਾਫ ਕੰਪਲੇਂਟ ਕਰਦਾ, ਉਹ ਕੰਪਲੇਂਟ ਉਸੇ ਅਫਸਰ ਨੂੰ ਮਾਰਕ ਹੋ ਜਾਂਦੀ ਹੈ, ਉਹੀ ਇਨਕੁਆਇਰੀ ਕਰਦਾ, ਉਹ ਹਫ਼ਤੇ ਬਾਅਦ ਲਿਖ ਦਿੰਦਾ ਕੇਸ ਕਲੋਜ਼ਡ, ਕੋਈ ਇਨਕੁਆਇਰੀ ਨਹੀਂ ਹੁੰਦੀ ਜੀ। ਜਾਣੀ ਕਿ ਪੰਜਾਬ ਦੇ ਵਿੱਚੋਂ ਇਸ ਤਰੀਕੇ ਨਾਲ ਵੀ ਪੈਸਾ ਜਿਹੜਾ ਆ ਉਹ ਆਮ ਲੋਕਾਂ ਦਾ ਉਹ ਕੇਂਦਰ ਤੱਕ ਪਹੁੰਚ ਰਿਹਾ ਹੈਗਾ। ਬਿਲਕੁਲ ਜੀ। ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਫਿਰ ਉਹ ਚਾਹੁੰਦੇ ਨਹੀਂ ਹੋਣਗੇ ਕਿ ਫੇਅਰ ਐਂਡ ਫਾਸਟ ਇਨਕੁਆਇਰੀ ਹੋਵੇ ਤਾਂ ਜੋ ਮਾਮਲੇ ਸਹੀ ਤਰੀਕੇ ਨਾਲ ਹੱਲ ਹੋਣ। ਸਰ ਪੰਜਾਬ ਦਾ ਜਿਵੇਂ GST ਸਾਰਾ ਸੈਂਟਰ ਕੋਲ ਜਾਂਦਾ ਹੈ, ਏਦਾਂ ਹੀ ਜਿਹੜਾ ਪੰਜਾਬ ਦੇ ਵਰਕਰ ਦਾ ਪੈਸਾ ਹੈ ESI ਦਾ, ਇਹ ਵੀ 4% ਤਨਖਾਹ ਚੋਂ ਕੱਟਦਾ ਹੈ, ਇਹ ਸਾਰਾ ਪੈਸਾ ਸੈਂਟਰ ਲੈ ਜਾਂਦਾ ਹੈ ਜੀ। ਤੇ ਸੈਂਟਰ ਉਹਦੇ ਵਿੱਚੋਂ ਇੱਕ, ਜਿਵੇਂ ਆਪਾਂ ਪੁਰਾਣੇ ਸਮੇਂ ਦੁਕਾਨ ਦੇ ਵਿੱਚ ਕੋਈ ਸੌਦਾ ਖਰੀਦਣ ਜਾਂਦੇ ਸੀ, ਦੁਕਾਨਦਾਰ ਲੂੰਗਾ ਦੇ ਦਿੰਦਾ ਸੀਗਾ, ਉਹ ਲੂੰਗਾ ਫ੍ਰੀ ਹੁੰਦਾ ਸੀਗਾ ਕਿ ਤੁਸੀਂ ਖਾ ਲਓ ਜੋ ਕੁਝ ਮਿਲਿਆ ਖਾਣ ਨੂੰ। ਇਹ ਪੰਜਾਬ ਸਰਕਾਰ ਨੂੰ ਨਾ ਇੱਕ ਲੂੰਗਾ ਦੇ ਦਿੰਦੀ ਹੈ ਸੈਂਟਰ ਗਵਰਨਮੈਂਟ, ਜਿਵੇਂ 1000 ਕਰੋੜ ਰੁਪਇਆ ਸਾਲ ਦਾ ਇਕੱਠਾ ਕਰਿਆ ਪੰਜਾਬ ਚੋਂ, 1000 ਤੋਂ ਜ਼ਿਆਦਾ ਹੀ ਹੋ ਜਾਂਦਾ ਵੈਸੇ, ਤੇ ਉਹਦੇ ਬਦਲੇ 'ਚ ਇਹ ਪੰਜਾਬ ਦੇ ਵਿੱਚ ਸਾਲ ਦੇ ਵਿੱਚ ਪੰਜਾਬ ਨੂੰ 200 ਕਰੋੜ ਰੁਪਏ ਦੇ ਦਿੰਦੇ ਨੇ ਵੀ 200 ਕਰੋੜ ਰੁਪਏ ਲੈ ਆਓ ਤੁਸੀਂ ESI ਦਾ ਪ੍ਰਬੰਧ ਚਲਾਓ। ਲੇਕਿਨ ਪੰਜਾਬ ਸਰਕਾਰ ਇੰਨੀ ਮਤਲਬ ਕਿ ਘਟੀਆ ਸੋਚ ਹੈ, ਉਹ 200 ਰੁਪਏ ਲੈ ਕੇ ਵਰਕਰਾਂ ਦਾ, ਗਰੀਬਾਂ ਦਾ, ਉਹ ਕਿਸੇ ਹੋਰ ਪਾਸੇ ਖਰਚ ਲੈਂਦੇ ਨੇ ਔਰ ਹਸਪਤਾਲਾਂ ਤੋਂ ਕੋਈ ਪੈਸਾ ਨਹੀਂ ਲੱਗਦਾ। ESI ਹਸਪਤਾਲ ਵਾਲੇ ਡਾਕਟਰ ਹੁੰਦੇ ਨੇ, ਉਹਨਾਂ ਕੋਲ ਕੋਈ ਸਮਾਨ ਨਹੀਂ ਹੈਗਾ। ਜਾਣੀ ਕਿ ਉਹ 200 ਕਰੋੜ ਰੁਪਏ ਜੀ 1000 ਕਰੋੜ ਦਾ ਮੁਨਾਫਾ ਉਹਨੇ ਆਪ ਖੱਟ ਲਿਆ ਲੋਕਾਂ ਦੇ, ਆਮ ਲੋਕਾਂ ਦੇ ਪੈਸੇ ਨਾਲ। ਬਿਲਕੁਲ ਜੀ। 200 ਕਰੋੜ ਜਿਹੜਾ ਸਟੇਟ ਗਵਰਨਮੈਂਟ ਨੇ ਦਿੱਤਾ, ਸਟੇਟ ਗਵਰਨਮੈਂਟ ਵੀ ਚੁੱਪ ਬਹਿ ਜਾਂਦੀ ਹੈ। ਅਸਲੀ ਮੁਨਾਫਾ ਸੈਂਟਰ ਗਵਰਨਮੈਂਟ ਖੱਟ ਗਈ, ਉਹਨਾਂ ਨੂੰ ਬੈਠੇ ਬਿਠਾਏ ਦਿੱਲੀ ਪੈਸਾ ਮਿਲ ਗਿਆ ਜੀ। ਸਾਲ ਦੇ ਵਿੱਚ ਕੋਈ 30000 ਕਰੋੜ ਰੁਪਏ ਦੀ ਰਿਕਵਰੀ ਹੈ ESI ਦੀ, 30000 ਕਰੋੜ ਜੀ। ਔਰ ਜਦੋਂ ਮੋਦੀ ਸਰਕਾਰ ਆਈ ਸੀ ਨਾ, ਇਹਨਾਂ ਨੇ ਕਿਹਾ ਸੀ ਕਿ ਅਸੀਂ ESI ਨੂੰ ਵਲੰਟਰੀ ਕਰ ਦਾਂਗੇ, ਬਈ ਜਿਸ ਦੀ ਮਰਜ਼ੀ ਹੈ ESI ਕਰਾਵੇ ਜਾਂ ਕੋਈ ਹੋਰ ਇੰਸ਼ੋਰੈਂਸ ਕਰਾਵੇ ਜੀ, ਆਪਣੀ ਮਰਜ਼ੀ ਹੈ। ਹਾਂ, ਜਦੋਂ ਉਹਨਾਂ ਨੂੰ ਪਤਾ ਲੱਗਿਆ, ਇਹਨਾਂ ਨੇ ਬਜਟ ਵਿੱਚ ਅਨਾਉਂਸ ਕਰਤਾ ਸੀਗਾ 2014 ਚ ਮੋਦੀ ਸਰਕਾਰ ਨੇ, ਪਰ ਜਦੋਂ ਪਤਾ ਲੱਗਿਆ ਕਿ ESI ਤੋਂ 30000 ਕਰੋੜ ਦੀ ਇਨਕਮ ਹੈ ਸਾਲ ਦੀ, ਤਾਂ ਇਹਨਾਂ ਨੇ ਉਹ ਵਾਪਸ ਲੈ ਲਿਆ ਜੀ ਆਪਣਾ। ਅੱਜ ਤੱਕ ਵਲੰਟਰਲੀ ਨਹੀਂ ਹੋਇਆ, ਅੱਜ ਤੱਕ ਸਟੈਚੂਟਰੀ ਹੈ। ਪੂਰੇ ਦੇਸ਼ ਦੇ ਵਿੱਚੋਂ ਜੀ 30000 ਕਰੋੜ ਪੂਰੇ ਦੇਸ਼ ਦੇ ਵਿੱਚੋਂ ਕਲੈਕਸ਼ਨ ਹੁੰਦੀ ਹੈ ਜੀ ਸਾਲ ਦੀ। ਔਰ ESI ਦੇ ਕੋਲ ਅੱਜ ਦੀ ਡੇਟ ਵਿੱਚ
90,000 ਕਰੋੜ ਰੁਪਏ ਸਰਪਲਸ ਪਿਆ ਜਿਹੜਾ ਕਿ ਵਰਕਰਾਂ ਦੀ ਤਨਖਾਹ ਚੋਂ ਕੱਟਿਆ ਹੋਇਆ ਔਰ ਵਰਕਰ ਨੂੰ ਉਹਦਾ ਬੈਨੀਫਿਟ ਮਿਲਣਾ ਚਾਹੀਦਾ ਜੀ, ਲੇਕਿਨ ਉਹ ਆਪਣਾ ਜਮ੍ਹਾਂ ਕਰਕੇ ਬੈਠੇ ਨੇ ਲੇਕਿਨ ਵਰਕਰਾਂ ਨੂੰ ਸਹੂਲਤ ਨਹੀਂ ਦੇ ਰਹੇ। ਇੰਨਾ ਜ਼ਿਆਦਾ ਪੈਸਾ ਯਾਨੀ ਕਿ ਲੋਕਾਂ ਦਾ ਇਹਨਾਂ ਦੇ ਕੋਲ ਪਿਆ ਹੈਗਾ। ਜਮ੍ਹਾਂ ਪਿਆ। ਹੁਣ ਜੇ ਅਸੀਂ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ESI ਹਸਪਤਾਲਾਂ ਦੀ, ਕਹਿੰਦੇ ਕਿ ਉੱਥੇ ਜਦੋਂ ਜਾਂਦਾ ਮਰੀਜ਼ ਸਰਕਾਰੀ ਤੌਰ ਤੇ ਜਿਨ੍ਹਾਂ ਦੇ ESI ਕੱਟ ਵੀ ਹੋ ਰਹੇ ਨੇ, ਹਾਂਜੀ। ਉੱਥੇ ਸਹੂਲਤਾਂ ਦੇ ਨਾਮ ਤੇ ਕਹਿੰਦੇ ਨਿਲ ਬਟਾ ਸਨਾਟਾ ਹੈਗਾ, ਉੱਥੇ ਕੋਈ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਜਾਂ ਦਵਾਈਆਂ ਨਹੀਂ ਮਿਲਦੀਆਂ ਜਾਂ ਡਾਕਟਰ ਨਹੀਂ ਹੁੰਦੇ। ਹਾਲਾਤ ਕੀ ਨੇ ESI ਹਸਪਤਾਲਾਂ ਸਰ ਹਾਲਤ ਇਹ ਹੁਣ ਮੈਂ ਮੋਹਾਲੀ ਤੋਂ ਹੀ ਲੈ ਲੈਣਾ, ਤੁਸੀਂ ਮੋਹਾਲੀ ਸਾਡੇ ESI ਹਸਪੀਟਲ ਹੈ, ਇਹ ਨੰਗਲ ਤੋਂ ਲੈ ਕੇ ਅਗਰ ਆਪਾਂ ਲਾਲੜੂ ਤੋਂ ਲੈ ਲਈਏ ਮਤਲਬ ਇੱਕੋ ਹੀ ਹਸਪਤਾਲ ਹੈ ਸਾਰੇ ਵਰਕਰਾਂ ਵਾਸਤੇ ਜੀ। ਮਤਲਬ ਨੰਗਲ ਦੇ ਵਰਕਰ ਨੂੰ ਵੀ ਮੋਹਾਲੀ ਆਉਣਾ ਪੈਣਾ ਇਲਾਜ ਕਰਨ ਵਾਸਤੇ ਤੇ ਲਾਲੜੂ ਦੇ ਨੂੰ ਵੀ ਪੂਰੇ ਪੰਜਾਬ 'ਚ। ਇਹਦੇ ਨਾਲ ਕੋਈ 4 ਲੱਖ ਵਰਕਰ ਜੁੜਿਆ ਸਾਡਾ ਇਸ ਹਸਪਤਾਲ ਨਾਲ। ਔਰ ਤੁਸੀਂ ਹਸਪਤਾਲ ਦੇ ਵਿੱਚ ਜਾਓ, ਇੱਕ ਉੱਥੇ ਐਂਬੂਲੈਂਸ ਨਹੀਂ ਹੈਗੀ ਜੀ, ਨੰਬਰ 1 ਤਾਂ ਪਹਿਲੇ। ਸੈਕੰਡਲੀ ਉੱਥੇ ਆਰਥੋ ਦਾ ਡਾਕਟਰ ਕੋਈ ਨਹੀਂ ਜੀ, ਸਰਜਨ ਕੋਈ ਨਹੀਂ ਹੈਗਾ ਇਸ ਟਾਈਮ ਦੇ, ਮੈਡੀਸਨ ਦਾ ਕੋਈ ਡਾਕਟਰ ਨਹੀਂ। ਔਰ ਜਿਹੜੇ ਡਾਕਟਰ ਹੈਗੇ ਵੀ ਨੇ ਵਿਚਾਰੇ ਉਹਨਾਂ ਕੋਲ ਸਮਾਨ ਹੀ ਨਹੀਂ ਹੈਗਾ ਕਿ ਉਹ ਵਰਕਰਾਂ ਨੂੰ ਮਤਲਬ ਚੈੱਕਅਪ ਕਰਨ ਵਾਸਤੇ ਇਨਫਰਾਸਟ੍ਰਕਚਰ ਨਹੀਂ ਹੈਗਾ ਔਰ ਉਹ ਬੈਠੇ ਆਪਣਾ ਦਿਹਾੜੀ ਲਾਈ ਤੇ ਚਲੇ ਗਏ। ਔਰ ਇਸ ਦੇ ਬਾਰੇ ਅਸੀਂ ਸਰਕਾਰ ਨੂੰ ਬਹੁਤ ਜ਼ਿਆਦਾ ਦੱਸ ਚੁੱਕੇ ਹਾਂ, ਇਵਨ ਹੈਲਥ ਸੈਕਟਰੀ ਤੱਕ ਕੰਪਲੇਂਟ ਕਰ ਚੁੱਕੇ ਹਾਂ, ਦਿੱਲੀ ਤੱਕ ਕਰ ਚੁੱਕੇ ਹਾਂ, ਲੇਕਿਨ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੈਗਾ। ਆਪਣੇ MLA ਸਾਹਿਬ ਵੀ ਲੋਕਲ 2 ਵਾਰੀ ਵਿਜ਼ਿਟ ਕਰ ਰਹੇ ਆ ਹਸਪਤਾਲ ਜੀ। ਉਹਨਾਂ ਨੇ ਲਾਸਟ ਈਅਰ ਡਾਇਰੈਕਟਰ ਹੈਲਥ ਸਰਵਿਸ ਨੂੰ ਲਿਖਿਆ ਸੀਗਾ ਕਿ ਤੁਸੀਂ ਮੋਹਾਲੀ ਦੇ ਵਿੱਚ ਅਲਟਰਾਸਾਊਂਡ ਮਸ਼ੀਨ ਦਿਓ ਇਮੀਡੀਏਟਲੀ ਜੀ, ਔਰ ਉਹਨਾਂ ਨੇ 2 ਦਿਨ ਵਿੱਚ ਦੇਣ ਦਾ ਪ੍ਰੋਮਿਸ ਕੀਤਾ ਸੀ, ਲੇਕਿਨ ਅੱਜ ਸਾਲ ਹੋ ਗਿਆ, ਅੱਜ ਤੱਕ ਉੱਥੇ ਅਲਟਰਾਸਾਊਂਡ ਮਸ਼ੀਨ ਨਹੀਂ ਆਈ ਜੀ। ਸਰ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਬਣਦੀਆਂ ਨੇ, ਸਰਕਾਰਾਂ ਟੁੱਟਦੀਆਂ ਨੇ, ਜਦੋਂ ਸਰਕਾਰਾਂ ਨਵੀਆਂ ਬਣਨੀਆਂ ਹੁੰਦੀਆਂ ਤਾਂ ਬਹੁਤ ਸਾਰੇ ਵਾਅਦੇ ਹੁੰਦੇ ਨੇ। ਅਸੀਂ ਮੌਜੂਦਾ ਸਰਕਾਰ ਨੂੰ ਹਲੇ ਸਵਾ ਕੁ ਸਾਲ ਹੋਇਆ ਪਿੱਛੇ ਛੱਡਦੇ ਹਾਂ, ਜਿਹੜੀ ਪਿਛਲੀਆਂ ਸਰਕਾਰਾਂ ਰਹੀਆਂ ਲੰਮਾ ਸਮਾਂ ਅਕਾਲੀ ਦਲ ਨੇ ਰਾਜ ਕੀਤਾ, ਉਸ ਤੋਂ ਬਾਅਦ ਇੱਥੇ ਮੋਹਾਲੀ ਜੀ ਅਸੀਂ ਖਾਸ ਕਰਕੇ ਗੱਲ ਕਰੀਏ ਤਾਂ ਸਿਹਤ ਮੰਤਰੀ ਵੀ ਇਸੇ ਵਿਧਾਨ ਸਭਾ ਹਲਕੇ ਦੇ ਮੋਹਾਲੀ ਨੂੰ ਮਿਲੇ। ਠੀਕ ਹੈ, ਤਾਂ ਲੱਗਾ ਨਹੀਂ ਕਿ ਬਹੁਤ ਵੱਡੀ ਪਾਵਰ ਹੁੰਦੀ ਆ ਸਿਹਤ ਮੰਤਰੀ ਬਣ ਜਾਣਾ ਤੇ ਸਿਹਤ ਸਹੂਲਤਾਂ ਦਾ ਅਸੀਂ ਅਕਸਰ ਦੇਖਦੇ ਕਿ ਸਿਆਸਤਦਾਨ ਹਮੇਸ਼ਾ ਰੌਲਾ ਪਾਉਂਦੇ ਨੇ, ਤਾਂ ਸਿਹਤ ਸਹੂਲਤਾਂ ਦੇ ਵਿੱਚ ਕੋਈ ਵਧੀਆ ਰੈਵੋਲੂਸ਼ਨਰੀ ਸਟੈਪ ਚੁੱਕੇ ਗਏ ਹੁਣ ਮੋਹਾਲੀ ਦੇ ਵਿੱਚ? ਸਰ ਮੋਹਾਲੀ ਜਿਹੜਾ ਆਪਣਾ ਗੇਟਵੇ ਆਫ ਪੰਜਾਬ ਹੈਗਾ, ਮਤਲਬ ਆਪਾਂ ਅੰਮ੍ਰਿਤਸਰ ਚੰਡੀਗੜ੍ਹ ਤੋਂ ਪਹਿਲੇ ਮੋਹਾਲੀ ਆਉਂਦਾ ਜੀ, ਤੇ ਮੋਹਾਲੀ ਦੇ ਵਿੱਚ ਸਾਨੂੰ ਸਹੂਲਤਾਂ ਸਭ ਤੋਂ ਵਧੀਆ ਹੋਣੀਆਂ ਚਾਹੀਦੀਆਂ, ਲੇਕਿਨ ਮੋਹਾਲੀ ਦੇ ਵਿੱਚ ਸਿਹਤ ਸਹੂਲਤਾਂ ਦੀ ਬਹੁਤ ਹਾਲਤ ਖਰਾਬ ਹੈ। 6 ਫੇਜ਼ ਇਹਨਾਂ ਨੇ ਕਾਫੀ ਹੁਣ ਥੋੜਾ ਸੁਧਾਰ ਕੀਤਾ ਹੈ ਸਿਵਲ ਹਸਪੀਟਲ ਦੇ ਵਿੱਚ, ਬਾਕੀ ਜੋ ਰਹੀ ਉਹ 6 ਫੇਜ਼ ਦਾ ਫ੍ਰੀ ਹੈ, ਉੱਥੇ ਕੋਈ ਵੀ ਜਾ ਕੇ ਦਵਾਈ ਲੈ ਸਕਦਾ। ਹੁਣ ਜਿਹੜਾ ਪ੍ਰੀਪੇਡ ਸਕੀਮ ਹੈ, ਵਰਕਰ ਆਲਰੇਡੀ ਪੈਸੇ ਦਿੰਦਾ, ਉਹਨੂੰ ਤਾਂ ਉਸ ਤੋਂ ਵੀ ਵਧੀਆ ਇਲਾਜ ਮਿਲਣਾ ਚਾਹੀਦਾ, ਲੇਕਿਨ ਜਿਹੜੇ ਉਹਨਾਂ ਦੇ ਹਸਪਤਾਲ ਨੇ ਉਹਨਾਂ ਦੀ ਹਾਲਤ ਤੁਸੀਂ ਮੋਹਾਲੀ ਦੇ ਵਿੱਚ ਤਾਂ ਬਦਤਰ ਹੀ ਹੈਗੀ ਹੈ। 2 ਫੇਜ਼ ਦੀ ਡਿਸਪੈਂਸਰੀ ਦਾ ਬੁਰਾ ਹਾਲ ਹੈ। ਅਗਰ ਤੁਸੀਂ ਰੋਪੜ ਥੋੜਾ ਅੱਗੇ ਜਾਓ, ਖਰੜ, ਕੁਰਾਲੀ, ਰੋਪੜ, ਸਰਹੰਦ, ਤੇ ਉੱਥੇ ਡਾਕਟਰਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈ ਪ੍ਰੋਪਰ। ਡਾਕਟਰ ਪਤਾ ਨਹੀਂ ਵਿਚਾਰੇ ਧੰਨ ਹੈ ਕਿਸ ਤਰ੍ਹਾਂ ਜਾ ਕੇ ਬੈਠਦੇ ਨੇ ਔਰ ਕਿਸ ਤਰ੍ਹਾਂ ਉਹ ਮਰੀਜ਼ਾਂ ਨੂੰ ਚੈੱਕ ਕਰਦੇ ਨੇ, ਉਹਨਾਂ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ। ਜਾਣੀ ਕਿ ਮੋਹਾਲੀ ਦੇ ਵਿੱਚ ਸਿਹਤ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਵੀ ਇੱਥੇ ਉਸ ਤਰੀਕੇ ਦਾ ਕੋਈ ਵੱਡਾ ਕਦਮ ਜਿਹੜਾ ESI ਹਸਪਤਾਲਾਂ ਲਈ ਨਹੀਂ ਚੱਕਿਆ ਗਿਆ। ਨਾ ਜੀ, ਕੋਈ ਨਹੀਂ। ਪਹਿਲੇ ਅਕਾਲੀ ਸਰਕਾਰ ਸੀਗੀ, ਮੈਂ ਤਾਂ ਬਹੁਤ ਦੇਰ ਤੋਂ ਡੀਲ ਕਰਦਾ, ਉਸ ਟਾਈਮ ਸਾਡੇ ਸੁਰਜੀਤ ਕੁਮਾਰ ਜਿਆਣੀ ਸੀਗੇ ਹੈਲਥ ਮਿਨਿਸਟਰ ਤੇ ਚੁੰਨੀ ਲਾਲ ਭਗਤ ਸੀਗੇ ਲੇਬਰ ਮਿਨਿਸਟਰ। ਅਸੀਂ ਦੋਨਾਂ ਕੋਲ ਵਾਰ-ਵਾਰ ਮੀਟਿੰਗ ਕਰਦੇ ਸੀ, ਲੇਕਿਨ ਇੱਕ ਕੋਲ ਜਾਂਦੇ ਸੀ ਉਹ ਕਹਿੰਦੇ ਉਹਦਾ ਮਹਿਕਮਾ, ਦੂਜੇ ਕੋਲ ਜਾਂਦੇ ਸੀ ਦੂਜੇ ਦਾ ਮਹਿਕਮਾ। ਹੁਣ ਪਿਛਲੇ 5 ਸਾਲ ਤੋਂ ਕਾਂਗਰਸ ਸੀਗੀ ਤੇ ਇਹਨਾਂ ਕੋਲ ਵੀ ਜਾਂਦੇ ਰਹੇ, ਲੇਕਿਨ ਕਿਸੇ ਨੇ ESI ਬਾਰੇ ਸੋਚੇ ਨਹੀਂ, ਕਿਉਂਕਿ ਇਸ ਮਹਿਕਮੇ ਤੋਂ ਇਨਕਮ ਇੰਨੀ ਜ਼ਿਆਦਾ ਹੈ, ਉਹ ਪੈਸੇ ਦੀ ਇਨਕਮ ਬਸ ਹੜੱਪਣ ਤੇ ਲੱਗੇ ਨੇ, ਲੇਕਿਨ ਉਹ ਇਨਕਮ ਵਰਕਰਾਂ ਦੇ ਲਾਉਣ ਨੂੰ ਕੋਈ ਤਿਆਰ ਨਹੀਂ ਹੈਗਾ ਜੀ। ਤੇ ਜਾਣੀ ਕਿ ਵਰਕਰਾਂ ਨੂੰ ਕੋਈ ਰਿਬੇਟ ਹੈ ਨਹੀਂ ਉਸ ਤਰੀਕੇ ਦੀ ਜਿਸ ਤਰੀਕੇ ਦਾ ਦਾਅਵਾ ਕੀਤਾ ਜਾਂਦਾ। ਬਿਲਕੁਲ ਜੀ, ਬਿਲਕੁਲ ਨਹੀਂ ਮਿਲਦਾ। ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਇੱਕ ਪਿੱਛੇ ਜਿਹੇ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਇਹਨੂੰ ਆਪਾਂ ਜਿਹੜਾ ਵਰਕਰ ਹੈਗਾ ਉੱਤੇ ਛੱਡਦੇ ਆ ਕਿ ਉਹਨੇ ESI ਦੀ ਸਹੂਲਤ ਲੈਣੀ ਹੈ ਜਾਂ ਨਹੀਂ ਲੈਣੀ, ਤਾਂ ਉਹ ਇੰਪਲੀਮੈਂਟ ਕਿਉਂ ਨਹੀਂ ਹੋ ਸਕੀ ਚੀਜ਼, ਜਾਂ ਇੰਪਲੀਮੈਂਟ ਕਾਗਜ਼ਾਂ 'ਚ ਹੀ ਰਹਿ ਗਈ ਉਹ ਚੀਜ਼? ਸਰ ਉਹ ਇੰਪਲੀਮੈਂਟ ਇਸ ਕਰਕੇ ਨਹੀਂ ਕਰ ਰਹੀ, ਅਗਰ ਇਹ ਸਕੀਮ ਗਵਰਨਮੈਂਟ ਨੇ ਇੰਪਲੀਮੈਂਟ ਕਰਤੀ ਤਾਂ ਜਿਹੜੀ ESI ਮਹਿਕਮੇ ਨੂੰ ਮਹੀਨੇ ਦਾ 10 ਕਰੋੜ ਕੱਲੇ ਮੋਹਾਲੀ ਤੋਂ ਜਾਂਦਾ ਹੈ, ਉਹ ਦੂਜੇ ਦਿਨ ਹੀ ਬੰਦ ਹੋ ਜਾਣਾ। ਵਰਕਰਾਂ ਨੇ ਕਹਿਣਾ ਮੈਂ ESI ਸਕੀਮ ਲੈਣੀ ਨਹੀਂ ਜੀ, ਉਹਨਾਂ ਨੇ ਪ੍ਰਾਈਵੇਟ ਇੰਸ਼ੋਰੈਂਸ ਕਰਾ ਲੈਣੀ ਹੈ, ਉਹਨਾਂ ਦਾ ਕੰਮ ਬੰਦ ਹੋ ਜਾਣਾ। ਇਸ ਕਰਕੇ ਉਹਨੂੰ ਵਲੰਟਰੀ ਨਹੀਂ ਕਰਦੇ, ਇਹੀ ਰੀਜ਼ਨ ਹੈ ਕਿ ਉਹਨੂੰ ਸਰਕਾਰ ਵਲੰਟਰੀ ਨਹੀਂ ਕਰਦੀ। ਜਾਣੀ ਕਿ ਮੁਲਾਜ਼ਮਾਂ ਦੇ ਖਾਤੇ 'ਚ ਤਾਂ ਥੋੜਾ ਪੈਸਾ ਜਾ ਰਿਹਾ ਹੈ, ਪਰ ਜਦੋਂ ਅਸੀਂ ਟੋਟਲ ਦੇਖਦੇ ਹਾਂ ਤਾਂ ਬਹੁਤ ਵੱਡੀ ਰਕਮ ਹੋ ਜਾਂਦੀ ਹੈ, ਬਹੁਤ ਜ਼ਿਆਦਾ ਵੱਡੀ ਰਕਮ ਬਣ ਜਾਂਦੀ ਹੈ ਤੇ ਸਰਕਾਰ ਨੂੰ ਉਹ ਰਕਮ ਨਜ਼ਰ ਆਉਂਦੀ ਹੈ। ਹਾਂ, ਇਸੇ ਕਰਕੇ ਉਹਨੂੰ ਵਲੰਟਰੀ ਨਹੀਂ ਕਰਦੀ। ਵਲੰਟਰੀ ਕਰਤੀ ਫਿਰ ਵਰਕਰ ਦੀ ਮਰਜ਼ੀ ਹੋਣੀ ਹੈ ਕਿ ਮੈਂ ESI ਕਰਾਵਾਂ ਜਾਂ ਕੋਈ ਹੋਰ ਇੰਸ਼ੋਰੈਂਸ ਕਰਾਵਾਂ, ਲੇਕਿਨ ਉਹ ਮਰਜ਼ੀ ਨਹੀਂ ਕਰਨ ਦਿੰਦੇ ਜੀ। ਇਸ ਪੂਰੇ ਮਾਮਲੇ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀ, ਤੁਸੀਂ ਦੱਸ ਰਹੇ ਹੋ ਕਿ ਵੱਖ-ਵੱਖ ਕੇਸ ਲੜੇ ਨੇ, ਇਸ ਤੋਂ ਇਲਾਵਾ ਹੋਰ ਵੀ ਕੋਈ ਐਗਜ਼ਾਮਪਲ ਹੈਗੀ ਜਿਹਦੇ ਵਿੱਚ ਲੱਗਾ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਹੋਵੇ ਤੁਹਾਡੇ ਤੇ? ਸਰ ਪ੍ਰੈਸ਼ਰ ਤਾਂ ਹਰੇਕ ਕੇਸ ਹੀ ਬਣਦਾ। ਇਹ ਨਾ ਸਾਰੇ ਮਤਲਬ ਕਿ ਇਹਨਾਂ ਦੇ ਵਕੀਲ, ਇਹਨਾਂ ਕੋਲ ਬਹੁਤ ਹਾਈ-ਫਾਈ ਵਕੀਲ ਨੇ, ਹਾਈ-ਫਾਈ ਮਹਿਕਮਾ ਇਹਨਾਂ ਕੋਲ, ਔਰ ਚੰਡੀਗੜ੍ਹ ਦੇ ਵਿੱਚ ਇਹਨਾਂ ਕੋਲ 500 ਸਟਾਫ ਹੈ। ਈਵਨ ਦਫ਼ਤਰ ਦੇ ਵਿੱਚ ਇਹਨਾਂ ਨੇ ਜਿਹੜੇ ਹੁਣ ਡਾਇਰੈਕਟਰ ਨੇ ਉਹਨਾਂ ਨੇ ਬਾਹਰ ਸਿਕਿਉਰਿਟੀ ਲਾਈ ਹੋਈ ਹੈ। ਜਦੋਂ ਮੈਂ ਦਫ਼ਤਰ ਜਾਂਦਾ ਮੈਨੂੰ 2 ਸਿਕਿਉਰਿਟੀ ਵਾਲੇ ਅੰਦਰ ਲੈ ਕੇ ਜਾਂਦੇ ਨੇ, ਦੋ ਛੱਡ ਕੇ ਜਾਂਦੇ ਨੇ। ਮੈਨੂੰ ਸਿੰਗਲ ਅੰਦਰ ਬੰਦੇ ਨੂੰ, ਮੈਨੂੰ ਇਕੱਲੇ ਨੂੰ ਅੰਦਰ ਨਹੀਂ ਜਾਣ ਦਿੰਦੇ। ਉਹ ਮੇਰੇ ਕੋਲ ਇੰਨਾ ਡਰਦੇ ਨੇ ਕਿ ਕਿਸੇ ਨੂੰ ਅੰਦਰ ਟ੍ਰੈਫਿਕ ਨਾ ਕਰਾ ਦੇ, ਕਿਉਂਕਿ ਮੈਂ ਇਹਨਾਂ ਦੀ ਪੂਰੀ ਲਾਈਨ ਲਾਈ ਹੋਈ ਹੈ ਜੀ।
ਹਰ ਮਹੀਨੇ 2 ਮਹੀਨੇ ਬਾਅਦ ਇਹਨਾਂ ਦਾ ਇੱਕ ਬੰਦਾ ਟ੍ਰੈਪ ਹੁੰਦਾ ਔਰ ਕਰਪਸ਼ਨ ਕੇਸ ਹੀ ਹੁੰਦਾ ਜੀ। ਪਰ ਦਿੱਲੀ ਦੀ ਸਰਕਾਰ ਤੇ ਕੰਨ ਤੇ ਜੂੰ ਨਹੀਂ ਸਰਕਰੀ ਵੀ ਇਹ ਕਿਉਂ ਹੋ ਰਹੇ ਨੇ ਟ੍ਰੈਪ। ਉਹ ਇਹਨੂੰ ਨੈਗੇਟਿਵ ਲੈ ਰਹੇ ਨੇ, ਇਹਨੂੰ ਪੋਜ਼ਿਟਿਵ ਨਹੀਂ ਲੈ ਰਹੇ ਜੀ। ਅਗਰ ਉਹ ਪੋਜ਼ਿਟਿਵ ਲੈਣ ਤਾਂ ਸੁਧਾਰ ਹੋ ਸਕਦਾ ਹੈ। ਤੁਸੀਂ ਇੱਕ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ ਕਿ ਇੱਕ ਵਾਰੀ ਤੁਹਾਡੇ ਤੇ ਵੀ ਅਟੈਕ ਹੋਣ ਦੀ ਕੋਸ਼ਿਸ਼ ਹੋਈ ਸੀਗੀ ਇਹਨਾਂ ਦੇ ਜਿਹੜੇ ਅਧਿਕਾਰੀ ਨੇ, ਉਹ ਪੂਰਾ ਮਾਮਲਾ ਕਿਸ ਤਰੀਕੇ ਨਾਲ ਬਣਿਆ ਸੀਗਾ? ਸਰ ਮਾਮਲਾ ਇਹ ਸੀਗਾ ਕਿ ਇੱਕ ਵਰਕਰ ਸੀਗਾ ਚੰਡੀਗੜ੍ਹ, ਉਹਨੂੰ ਨਾ ਹਾਰਟ ਅਟੈਕ ਹੋਇਆ ਸੀਗਾ ਜੀ ਰਾਮਦਰਬਾਰ ਹਸਪੀਟਲ ਚੋਂ। ਉੱਥੇ ਕਿਸੇ ਸਟਾਫ ਮੈਂਬਰ ਨੇ ਮੈਨੂੰ ਕਾਲ ਕਰਤੀ ਕਿ ਉਸ ਵਰਕਰ ਨੂੰ ਇਹ ਰੈਫਰ ਨਹੀਂ ਕਰ ਰਹੇ, ਵਰਕਰ ਬਹੁਤ ਗਰੀਬ ਆ ਜੀ। ਤੇ ਮੈਂ ਕਿਤੇ 43 ਸੈਕਟਰ ਸੀਗਾ, ਮੈਂ ਜਾਂਦੇ ਜਾਂਦੇ ਆਪਣੀ ਗੱਡੀ ਉਧਰ ਮੋੜ ਲਈ ਤੇ ਮੈਂ ਜਾ ਕੇ ਉੱਥੇ ਡਾਕਟਰ ਨਾਲ MS ਨਾਲ ਗੱਲ ਕੀਤੀ ਕਿ ਜਿਹੜਾ ਵਰਕਰ ਐਂਬੂਲੈਂਸ 'ਚ ਪਿਆ ਵੀ ਇਹਨੂੰ ਤੁਸੀਂ ਕੈਸ਼ਲੈਸ ਰੈਫਰ ਕਰ ਦਿਓ ਜੀ। ਇਹ ਕੈਸ਼ਲੈਸ ਰੈਫਰ ਕਰ ਸਕਦੇ ਆ, ਪ੍ਰੋਵੀਜ਼ਨ ਹੈਗੀ ਹੈ। ਪਰ ਉਹ ਡਾਕਟਰ ਕਹਿੰਦੇ ਜੀ ਅਸੀਂ ਨਹੀਂ ਕਰਨਾ ਇਹਨੂੰ ਕੈਸ਼ਲੈਸ, ਸਿਰਫ ਅਸੀਂ ਇਹਨੂੰ PGI ਭੇਜਾਂਗੇ। ਤੇ ਉੱਥੇ MS ਸੀਗੇ ਡਾਕਟਰ, ਮੈਂ ਉਹਨੂੰ ਰਿਕੁਐਸਟ ਕੀਤੀ, ਮੈਂ ਕਿਹਾ ਡਾਕਟਰ ਸਾਹਿਬ PGI ਦਾ 2 ਲੱਖ ਰੁਪਏ ਲੱਗ ਜਾਣਾ ਵੀ ਉਹਦੇ ਕੋਲ ਪੈਸਾ ਕੋਈ ਹੈ ਨਹੀਂ, ਵੀ ਤੁਸੀਂ ਇਸ ਤਰ੍ਹਾਂ ਕਰੋ 10-10 ਹਜ਼ਾਰ ਰੁਪਏ ਇਕੱਠਾ ਕਰੋ ਸਾਰੇ ਡਾਕਟਰਾਂ ਤੋਂ, ਵੀ 10,000 ਮੈਂ ਪਾ ਦਿੰਦਾ ਵੀ ਇਹਨੂੰ ਆਪਾਂ PGI ਲੈ ਜਾਂਦੇ। ਮੈਂ 10,000 ਕੱਢ ਕੇ ਉਹਦੀ ਟੇਬਲ ਤੇ ਰੱਖਤਾ ਡਾਕਟਰ ਦੀ, ਤੇ ਉਹ ਡਾਕਟਰ ਹਾਂ ਕਰੀ ਗਏ ਮੇਰੀ ਗੱਲਾਂ 'ਚ, ਉਹ ਕੁਝ ਸੁਣ ਤਾਂ ਰਹੇ ਨਹੀਂ ਸੀ ਧਿਆਨ ਨਾਲ ਮੈਂ ਕਹਿ ਕੀ ਰਿਹਾ। ਤੇ ਜਦੋਂ ਮੈਂ ਬਾਕੀ ਪੈਸੇ ਮੰਗਣੇ ਸ਼ੁਰੂ ਕੀਤੇ ਵੀ ਬਾਕੀਆਂ ਤੋਂ ਪੈਸੇ ਲਿਆਓ, ਉਹ ਮੇਰੇ ਨਾਲ ਲੜ ਪਏ, ਕਹਿੰਦੇ ਅਸੀਂ ਕਿਉਂ ਪੈਸੇ ਦਈਏ। ਤੇ ਫਿਰ ਉਹ ਡਾਕਟਰਾਂ ਨੇ ਇਕੱਠੇ ਕਰਕੇ, ਲੇਡੀ ਡਾਕਟਰ ਸੀਗੇ, ਹੁਣ ਲੇਡੀ ਡਾਕਟਰ ਨਾਲ ਜ਼ਿਆਦਾ ਲੜਿਆ ਵੀ ਨਹੀਂ ਜਾ ਸਕਦਾ ਜੀ, ਤੇ ਉਹਨਾਂ ਨੇ ਸਿਟੀ ਮਾਰ ਕੇ ਸਾਰੇ ਡਾਕਟਰ ਇਕੱਠੇ ਕਰ ਲਏ ਜੀ। ਤੇ ਮੈਨੂੰ 100 ਨੰਬਰ ਤੇ ਕਾਲ ਕਰਕੇ ਚੰਡੀਗੜ੍ਹ ਪੁਲਿਸ ਬੁਲਾਉਣੀ ਪਈ। ਜਿਸ ਤਰ੍ਹਾਂ ਹੀ ਮੈਂ ਬੜੀ ਮੁਸ਼ਕਲ ਨਾਲ ਮੈਂ ਹਸਪਤਾਲ ਦੇ ਗੇਟ ਤੱਕ ਪਹੁੰਚਿਆ ਸੀਗਾ, ਉਹ ਸਾਰੇ ਡਾਕਟਰ ਮੇਰੇ ਪਿੱਛੇ ਪਿੱਛੇ ਲੱਗੇ ਸੀਗੇ। ਤੇ ਜਦੋਂ ਮੈਂ ਗੇਟ ਤੇ ਪਹੁੰਚਿਆ ਤਾਂ ਚੰਡੀਗੜ੍ਹ ਪੁਲਿਸ ਦੀ ਸਰਵਿਸ ਇੰਨੀ ਵਧੀਆ ਹੈ, ਉਹ ਬਹੁਤ ਛੇਤੀ ਆ ਜਾਂਦੀ ਹੈ। ਮੇਰੇ ਗੇਟ ਤੇ ਪਹੁੰਚਦੇ ਪਹੁੰਚਦੇ ਪੁਲਿਸ ਆ ਗਈ ਜੀ। ਉਹ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ ਸਰਦਾਰ ਜੀ ਕੀ ਗੱਲ ਹੈ, ਮੈਂ ਦੱਸਿਆ ਵੀ ਉਹ ਐਂਬੂਲੈਂਸ ਵਿੱਚ ਇੱਕ ਵਰਕਰ ਪਿਆ, ਉਹਨੂੰ ਹੋਇਆ ਹਾਰਟ ਅਟੈਕ, ਉਹਨੇ ਮਰ ਜਾਣਾ, ਇਹ ਉਹਨੂੰ ਰੈਫਰ ਨਹੀਂ ਕਰਦੇ। ਉਹ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਜ਼ਿਆਦਾ, ਉਹ ਕਹਿੰਦੇ ਕੈਸ਼ਲੈਸ ਰੈਫਰ ਹੋ ਸਕਦਾ। ਮੈਂ ਕਿਹਾ ਬਿਲਕੁਲ ਹੋ ਸਕਦਾ। ਤੇ ਉਹਨਾਂ ਨੇ ਮੇਰੀ, ਮੈਂ ਫਿਰ ਡਾਕਟਰ ਮੇਰੇ ਪਿੱਛੇ ਲੱਗੇ ਸੀ, ਮੈਂ ਉਲਟਾ ਫਿਰ ਹਸਪਤਾਲ ਨੂੰ ਵਾਪਸ ਮੁੜਿਆ। ਉਹ ਡਾਕਟਰ ਫਿਰ ਹੈਰਾਨ ਹੋ ਗਏ ਵੀ ਇਹ ਤਾਂ ਵਾਪਸ ਆ ਰਿਹਾ। ਮੇਰੇ ਨਾਲ ਪੁਲਿਸ ਸੀਗੀ ਜੀ, ਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਅੰਦਰ ਗੱਲ ਕੀਤੀ, ਤੇ ਉਹ ਡਾਕਟਰ ਨਾਲ MS ਨਾਲ ਗੱਲ ਕਰਕੇ ਕੀਤੀ। ਉਹ ਕਹਿੰਦੇ ਵੀ ਡਾਕਟਰ ਸਾਹਿਬ ਆਪਾਂ ਲੜਾਈ ਤੁਹਾਡੀ ਬਾਅਦ ਚ ਨਿਪਟਾਵਾਂਗੇ, ਪਹਿਲੇ ਤੁਸੀਂ ਉਹ ਮਰੀਜ਼ ਰੈਫਰ ਕਰੋ ਕੈਸ਼ਲੈਸ। ਉਹ ਪੁਲਿਸ ਵਾਲਿਆਂ ਨੇ, ਦੇਖੋ 2 ਪੁਲਿਸ ਵਾਲੇ ਔਰ ਉਹ ਮੈਟ੍ਰਿਕ ਹੀ ਪੜ੍ਹੇ ਹੋਣੇ ਮੇਰੇ ਹਿਸਾਬ ਨਾਲ, ਉਹਨਾਂ ਨੇ ਉਹ ਵਰਕਰ ਕੈਸ਼ਲੈਸ ਰੈਫਰ ਕਰਾਤਾ ਆਪਣੇ ਦਬਕੇ ਦੇ ਨਾਲ, ਔਰ ਵਰਕਰ ਦੇ 4 ਸਟੰਟ ਪਏ ਜੀ। ਸੁਹਾਣੇ ਹਸਪੀਟਲ ਚ ਗਿਆ ਵਰਕਰ ਕੈਸ਼ਲੈਸ, ਔਰ ਅੱਜ ਤੱਕ ਉਹ ਵਰਕਰ ਜਿੰਦਾ ਹੈ ਜੀ, ਕਈ ਸਾਲ ਹੋ ਗਏ। ਔਰ ਫਿਰ ਡਾਕਟਰ ਜਦੋਂ ਬਾਅਦ ਚੋਂ ਕੈਸ਼ਲੈਸ ਰੈਫਰ ਹੋ ਗਿਆ, ਤੇ ਉਹ ਫਿਰ ਮੈਨੂੰ ਕਹਿਣ ਲੱਗੇ ਜੀ ਇਹਦੇ ਕੋਲ ਲਿਖਾਓ ਵੀ ਇਹ ਸਾਡੇ ਤੇ ਕੇਸ ਤਾਂ ਨਹੀਂ ਪਾਏਗਾ। ਤੇ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੇਰਾ ਕੋਈ ਪਰਪਸ ਨਹੀਂ ਸੀ ਹਸਪਤਾਲ ਆਉਣ ਦਾ, ਕੋਈ ਮੈਂ ਤਾਂ ਸਿਰਫ ਉਹ ਵਰਕਰ ਨੂੰ ਰੈਫਰੀ ਕਰਨ ਆਇਆ ਸੀ, ਮੇਰੀ ਇਹਨਾਂ ਨਾਲ ਕੋਈ ਲੜਾਈ ਨਹੀਂ ਪਰਸਨਲ ਜੀ, ਵੀ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਨਾਲ ਦੀ ਪਰਸਨਲ ਕੋਈ ਲੜਾਈ ਨਹੀਂ। ਜਾਣੀ ਕਿ ਇਹ ਇੰਨੀ ਸੁਵਿਧਾ ਹੈਗੀ ਇਸ ESI ਦੀ ਕਿ ਜਦੋਂ ਲੋੜ ਪਵੇ ਤਾਂ ਵੱਡੇ ਪੱਧਰ ਤੇ ਵੀ ਇਹਦਾ ਕੰਮ ਆ ਸਕਦੀ ਹੈ। ਬਿਲਕੁਲ ਆ ਸਕਦੀ ਹੈ ਸਰ, ਕੈਸ਼ਲੈਸ ਰੈਫਰ ਹੋ ਸਕਦਾ, ਪਰ ਇਹ ਕਰਦੇ ਨਹੀਂ ਹੈ। ਜਦੋਂ ਤੱਕ ਇਹਨਾਂ ਤੇ ਡੰਡਾ ਨਹੀਂ ਨਾ ਪੈਂਦਾ ਤਦ ਤੱਕ ਨਹੀਂ ਕਰਦੇ। ਜੇ ਉਹ ਮਰੀਜ਼ ਨੂੰ ਹੋਰ ਥਾਂ ਤੇ ਇਲਾਜ ਕਰਾਉਣਾ ਪੈਂਦਾ, ਪੈਸੇ ਦੇ ਕੇ ਕਰਾਉਣਾ ਪੈਂਦਾ, 4 ਸਟੰਟ ਪੈਂਦੇ, ਕਿੰਨਾ ਖਰਚਾ ਹੋ ਜਾਣਾ? ਉਹਦਾ ਮਿਨੀਮਮ 2 ਲੱਖ ਜੀ। ਜੇ ਪ੍ਰਾਈਵੇਟ ਵੱਡੇ ਹਾਈਫਾਈ ਹਸਪਤਾਲ ਚ ਜਾਂਦੇ ਤਾਂ 3-4 ਲੱਖ ਵੀ ਹੋ ਸਕਦਾ ਸੀ ਜੀ। ਜਾਣੀ ਕਿ ਉਹ ਇਸ ਤਰੀਕੇ ਨਾਲ ਜੇ ਸੁਵਿਧਾ ਮਿਲ ਰਹੀ ਹੈ ਕੇਂਦਰੀ ਸਰਕਾਰ ਤੋਂ ਤਾਂ ਉਸ ਤਰੀਕੇ ਦੇ ਲਾਹੇ ਮਿਲ ਸਕਦੇ ਨੇ, ਪਰ ਕਿਤੇ ਨਾ ਕਿਤੇ ਸਾਰਾ ਸਿਸਟਮ ਹੀ ਰਲਿਆ ਹੋਇਆ। ਸਿਸਟਮ ਰਲਿਆ ਜੀ, ਹਾਂ ਬਿਲਕੁਲ ਸਿਸਟਮ ਰਲਿਆ ਹੋਇਆ, ਇਸ ਕਰਕੇ ਕਿ ਉਹਨਾਂ ਨੂੰ ਨਾ ਆਪਣੇ ਪੈਸੇ ਚਾਹੀਦੇ ਆ ਜੀ। ਉਹ ਕਹਿੰਦੇ ਅਸੀਂ ਕੈਸ਼ਲੈਸ ਰੈਫਰ ਕਰਤਾ, ਸਾਨੂੰ ਕੁਝ ਮਿਲਣਾ ਨਹੀਂ। ਉਹ ਪਹਿਲਾਂ ਸੈਟਿੰਗ ਕਰਦੇ ਨੇ ਕਿ ਮੈਨੂੰ ਕਿੰਨੇ % ਵਿੱਚੋਂ ਮਿਲੇਗਾ, ਇਸ ਕਰਕੇ ਉਹ ਕੈਸ਼ਲੈਸ ਰੈਫਰ ਨਹੀਂ ਕਰਦੇ ਜੀ। ਹੁਣ ਜੇ ਇਸ ESI ਦੀ ਅਸੀਂ ਗੱਲ ਕਰੀਏ, ਕਿਉਂਕਿ ਤੁਹਾਡਾ ਐਕਸਪੀਰੀਅੰਸ ਇਸ ਮਾਮਲੇ ਦੇ ਵਿੱਚ ਕਾਫੀ ਹੈਗਾ, ਇਹਦੇ ਤਹਿਤ ਬੰਦੇ ਨੂੰ ਕਿਹੜੀ ਸਹੂਲਤ ਮਿਲਦੀ ਹੈ ਵੈਸੇ, ਪਰ ਉਹ ਮਿਲਦੀ ਕਾਗਜ਼ਾਂ ਤੱਕ ਹੀ ਹੈ, ਅਸਲ 'ਚ ਨਹੀਂ ਮਿਲ ਪਾਉਂਦੀ? ਸਰ ਜਿਹੜੀ ਕਿਤਾਬ ਵਿੱਚ ESI ਦੀ ਕਿਤਾਬ 'ਚ ਲਿਖਿਆ ਹੋਇਆ, ਉਹ ਇੱਕ ਵਰਕਰ ਨੇ ਅਗਰ ਅੱਜ ਫੈਕਟਰੀ ਜੁਆਇਨ ਕਰ ਲਈ ਜੀ, ਉਹਦੀ ਮਦਰ, ਉਹਦੀ ਫਾਦਰ, ਉਹਦੀ ਵਾਈਫ ਤੇ ਬੱਚੇ, ਮਤਲਬ ਕੰਪਲੀਟ ਫੈਮਿਲੀ ਜੀ, ਉਹਦੀ ਕੈਸ਼ਲੈਸ ਸਰਵਿਸ ਹੈ ESI ਦੀ, ਫ੍ਰੀ ਸਰਵਿਸ ਮਿਲਣੀ ਉਹਨੂੰ। ਜਾਨੀ ਕਿ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਦਿੱਕਤ ਹੋ ਜਾਵੇ, ਕੋਈ ਵੀ ਇਨਡੋਰ ਤੇ ਆਊਟਡੋਰ, ਜੇ ਉਹ ਆਪਣੀ ਤਨਖਾਹ ਚੋਂ ESI ਕਟਾ ਰਿਹਾ ਹੈਗਾ ਤਾਂ ਉਹਦੇ ਪਰਿਵਾਰ ਦੇ ਕਿਸੇ ਵੀ ਜੀ ਨੂੰ ਕੋਈ ਪ੍ਰੋਬਲਮ ਹੋਵੇ, ਸਮੱਸਿਆ ਆਵੇ ਮੈਡੀਕਲ ਤੌਰ ਤੇ, ਤਾਂ ਉਹ ਕੈਸ਼ਲੈਸ ਰੈਫਰ ਕਰਵਾ ਸਕਦਾ ਹੈਗਾ। ਇਨਡੋਰ ਤੇ ਆਊਟਡੋਰ ਦੋਨੋਂ ਉਹਨੂੰ ਕੈਸ਼ਲੈਸ ਸਰਵਿਸ ਮਿਲਣੀ ਹੈ, ਪਰ ਇਹਨਾਂ ਦੇ ਹਸਪਤਾਲ ਦੀ ਹਾਲਤ ਇੰਨੀ ਹੈ ਖਰਾਬ ਜੀ, ਉਹ ਉਹਨੂੰ ਦਿੰਦੇ ਨਹੀਂ ਕੈਸ਼ਲੈਸ ਸਰਵਿਸ। ਅਗਰ ਕੋਈ ਵਰਕਰ ਲੜਦਾ ਇਹਨਾਂ ਨਾਲ ਜਾਂ ਕੁਝ ਅਪਰੋਚ ਕਰ ਲੈਂਦਾ, ਜਾਂ ਜਿਵੇਂ ਮੈਨੂੰ ਹੀ ਕਾਲ ਆ ਗਈ ਤਾਂ ਉਹਨੂੰ ਕਰ ਦਿੰਦੇ ਨੇ, ਨਾਰਮਲ ਵਰਕਰ ਨੂੰ ਨਹੀਂ ਕਰਦੇ, ਆਮ ਗਰੀਬ ਵਰਕਰ ਨੂੰ ਸਤਾਉਂਦੇ ਨੇ। ਜਾਣੀ ਕਿ ਜਿਹਨੂੰ ਨਹੀਂ ਨੌਲੇਜ ਹੈਗੀ ਉਹਨੂੰ ਇਹ ਮੂਰਖ ਬਣਾਉਂਦੇ ਨੇ, ਉਹਨੂੰ 16 ਜਾਂ PGI ਜਾਂ 32 ਸੈਕਟਰ ਭੇਜ ਦਿੰਦੇ ਨੇ। ਉੱਥੇ ਫਿਰ ਵਰਕਰ ਧੱਕੇ ਖਾਂਦਾ ਹੈ, ਰਸ਼ ਇੰਨਾ ਜ਼ਿਆਦਾ ਹੈ, ਤੇ ਉੱਥੇ ਵੀ ਡਾਕਟਰ ਕੀ ਕਰਨ, ਉੱਥੇ ਰਸ਼ ਹੀ ਇੰਨਾ ਜ਼ਿਆਦਾ, ਉਹ ਫਿਰ ਬਾਹਰੋਂ ਆਪਣੀ ਪਰਚੇਜ਼ ਕਰਦਾ ਦਵਾਈ, ਫਿਰ ਬਾਅਦ ਚ ਬਿਲ ਕਲੇਮ ਪਾਉਂਦਾ ਹੈ, ਉਹ ਸਾਲਾਂ ਬਾਅਦ ਹੀ ਮਿਲਦੇ ਨੇ ਜੀ। ਸਰ ਵੈਸੇ ਇਸ ਪੂਰੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਅਸੀਂ ਇਹਨਾਂ ਹਾਲਾਤਾਂ 'ਚ ਪਹੁੰਚੇ ਕਿਉਂ ਹੈਗੇ ਕਿ ਨੌਜਵਾਨ ਸਾਡਾ ਬਾਹਰ ਦਾ ਰੁਖ ਕਰ ਰਿਹਾ ਹੈਗਾ। ਤੁਹਾਨੂੰ ਹੋਰ ਕਾਰਨ ਕੀ ਨਜ਼ਰ ਆਉਂਦੇ ਨੇ? ਕੀ ਤੁਸੀਂ, ਕਿਉਂਕਿ ਇਸ ਸਿਸਟਮ ਦੇ ਨਾਲ ਲਗਾਤਾਰ ਗੱਲਬਾਤ ਤੁਹਾਡੀ ਹੈਗੀ ਆ, ਲਗਾਤਾਰ ਬਹੁਤ ਸਾਰੇ ਕੇਸਿਸ ਤੁਸੀਂ ਦੇਖਦੇ ਹੋ,
ਲੋਕਾਂ ਦੀ, ਆਮ ਲੋਕਾਂ ਦੀ, ਕਿਉਂਕਿ ਜਿਹੜਾ ਵਿਅਕਤੀ ESI ਦੀ ਸਹਾਰਾ ਲੈ ਕੇ ਆਪਣੀ ਪੈਸੇ ਲੈਣ ਦੀ ਕੋਸ਼ਿਸ਼ ਕਰਦਾ ਹੈਗਾ, ਉਹ ਬੜਾ ਹੇਠਲੇ ਤਬਕੇ ਦਾ ਹੁੰਦਾ ਹੈਗਾ। ਤੁਸੀਂ ਉਹਨਾਂ ਦੇ ਨਾਲ ਵਿਚਰਦੇ ਹੋ, ਤਾਂ ਉਹਨਾਂ ਦੀ ਮਨੋਸਥਿਤੀ ਕੀ ਹੁੰਦੀ ਹੈ? ਕਿਉਂ ਇਦਾਂ ਦੇ ਹਾਲਾਤ ਪੈਦਾ ਹੋ ਗਏ ਕਿ ਹਰੇਕ ਵਿਅਕਤੀ ਚਾਹੁੰਦਾ ਕਿ ਉਹਨਾਂ ਦਾ ਬੱਚਾ ਇੱਥੋਂ ਚਲੇ ਜਾਵੇ? ਸਰ, ਜਿਹੜੀ ਹੁਣ ਪੁਰਾਣੀ ਪੀੜ੍ਹੀ ਹੈ ਉਹ ਤਾਂ ਇੱਥੇ ਫਸੀ ਹੋਈ ਹੈ, ਛੋਟੀਆਂ-ਮੋਟੀਆਂ ਨੌਕਰੀਆਂ ਕਰ ਰਹੇ ਨੇ। ਹਰੇਕ ਪੇਰੈਂਟ ਚਾਹੁੰਦਾ ਹੈ ਕਿ ਮੇਰੇ ਹੀ ਹਾਲਤ ਮੇਰੇ ਬੱਚਿਆਂ ਦੀ ਨਾ ਹੋਵੇ। ਇਸ ਕਰਕੇ ਉਹ +2 ਤੋਂ ਬਾਅਦ ਅੱਜ ਕੱਲ੍ਹ ਉਹ ਆਈਲੈਟ ਸੈਂਟਰਾਂ 'ਚ ਬੱਚੇ ਨੂੰ ਦਾਖਲ ਕਰਾਉਂਦੇ ਨੇ, ਔਰ ਉਹ ਕਿਤੋਂ ਅਰੇਂਜ ਕਰਕੇ ਚਾਹੇ ਲੋਨ ਲੈ ਕੇ ਬੱਚੇ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਨੇ, ਸਿਰਫ ਸਾਡੇ ਹਾਲਾਤ ਖਰਾਬ ਹੋਣ ਦੀ ਵਜ੍ਹਾ ਨਾਲ। ਕਿਉਂਕਿ ਸਾਨੂੰ ਇੱਥੇ ਨਾ ਸਰਵਿਸ ਮਿਲਦੀ ਹੈ, ਨਾ ਜੌਬਸ ਹੈਗੀਆਂ, ਨਾ ਕਿਸੇ ਸਰਕਾਰੀ ਦਫ਼ਤਰ 'ਚ ਪ੍ਰੋਪਰ ਕੰਮ ਹੁੰਦਾ। ਜੇ ਕਿਸੇ ਨੂੰ ਕੰਮ ਹੁੰਦਾ ਉਹ ਸਾਲਾਂ ਬੱਧੀ ਚੱਕਰ ਕੱਢਦਾ ਤਾਂ ਜਾ ਕੇ ਉਹਦਾ ਕੰਮ ਹੁੰਦਾ। ਤੁਸੀਂ ਮੰਨਦੇ ਹੋ ਕਿ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਅਫਸਰਸ਼ਾਹੀ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ, ਜੇ ਉਹ ਚਾਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੀਆਂ ਬਦਲੀਆਂ ਜਾ ਸਕਦੀਆਂ, ਪਰ ਉਹ ਆਪਣੀ ਅੰਡਰਸਟੈਂਡਿੰਗ ਦੇਖਦੇ ਜ਼ਿਆਦਾ। ਲੱਗਦਾ ਤੁਸੀਂ ਵੀ ਕਿਉਂਕਿ ਇਸ ਚੀਜ਼ ਨਾਲ ਵਾਵਸਤਾ ਰੱਖਦੇ ਹੋ, ਤਾਂ ਕਿਤੇ ਨਾ ਕਿਤੇ ਉਹ ਅਫਸਰ ਜਿਹੜੇ ਹੁੰਦੇ ਨੇ ਉਹ ਆਪਣਾ ਲਾਹਾ ਦੇਖਣ ਲੱਗ ਪੈਂਦੇ ਨੇ? ਕੋਈ ਉਦਾਹਰਨ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਇਦਾਂ ਦੇ ਕੇਸ ਤੁਸੀਂ ਵੀ ਦੇਖੇ ਹੋਣ? ਸਰ, ਅਗਰ ਅਫਸਰਸ਼ਾਹੀ ਆਪਣੀ ਵਧੀਆ ਹੋ ਜਾਵੇ ਤਾਂ ਪੰਜਾਬ ਨੂੰ ਅਸੀਂ ਫਿਰ ਦੁਬਾਰਾ ਪਹਿਲਾਂ ਦੀ ਤਰ੍ਹਾਂ ਵਧੀਆ ਬਣਾ ਸਕਦੇ ਹਾਂ। ਹੁਣ ਮੇਰੀ ਜਿਹੜੀ ਮੇਨ ਤੁਹਾਨੂੰ ਆਪਾਂ ਲਾਸਟ ਵਿੱਚ ਇਹ ਰਿਕੁਐਸਟ ਕਰੀਏ ਕਿ ਜਿੰਨੇ ਪੰਜਾਬ ਦੇ ਅਫਸਰ ਹੈ ਉਹਨਾਂ ਦੀ ਵੀ ਡਿਊਟੀ ਬਣ ਜਾਂਦੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ। ਪੰਜਾਬ ਦੇ ਬੱਚਿਆਂ ਦੇ ਕੰਮ ਤਤਪਰ ਕਰਨ, ਮਤਲਬ ਬੱਚੇ ਨੂੰ ਚੱਕਰ ਨਾ ਮਰਾਉਣਾ। ਜੋ ਕਿਸੇ ਬੱਚੇ ਦਾ ਜਿਵੇਂ ਜਾਤੀ ਦਾ ਸਰਟੀਫਿਕੇਟ ਬਣਾਉਣਾ ਹੈ ਜਾਂ ਕੋਈ ਮੈਡੀਕਲ ਸਰਟੀਫਿਕੇਟ ਬਣਾਉਣਾ ਹੈ, ਤੇ ਉਹਦੇ ਇਮੀਡੀਏਟ ਉਹਨੂੰ ਬੱਚੇ ਨੂੰ ਸਰਵਿਸ ਮਤਲਬ ਦੇਣੀ ਬਣਦੀ ਹੈ, ਜਿਵੇਂ ਕਿ ਬਾਹਰ ਮਿਲ ਰਹੀ ਹੈ। ਹੁਣ ਕੈਨੇਡਾ ਬੱਚੇ ਕਿਉਂ ਜਾ ਰਹੇ ਨੇ? ਉੱਥੇ ਕਿਤੇ ਲਾਈਨ 'ਚ ਨਹੀਂ ਲੱਗਣਾ ਪੈਂਦਾ, ਸਰਵਿਸ ਮਿਲਦੀ ਹੈ। ਹੁਣ ਇੱਥੇ ਵਰਕਰ ਨੇ ਅਗਰ ਕੈਨੇਡਾ ਜਾਣ ਵਾਸਤੇ ਮੈਡੀਕਲ ਵੀ ਕਰਾਉਣਾ ਨਾ, ਤਾਂ ਮੈਡੀਕਲ ਕਰਾਉਣਾ ਹੈ, ਉਹਨਾਂ ਨੂੰ ਮੈਕਸ ਹਸਪੀਟਲ ਵਿੱਚ ਲਾਈਨ 'ਚ ਲੱਗਣਾ ਪੈਣਾ। ਔਰ ਮੈਕਸ ਵਾਲੇ 10,000 ਰੁਪਏ ਲੈਂਦੇ ਨੇ ਮੈਡੀਕਲ ਦਾ, ਇੱਕ ਗਰੀਬ ਵਰਕਰ ਤੋਂ 10,000 ਮੈਡੀਕਲ ਦਾ, ਔਰ 4-5 ਘੰਟੇ 'ਚ ਰਿਪੋਰਟ ਬਣਾ ਕੇ ਅੰਬੈਸੀ ਨੂੰ ਭੇਜ ਦਿੰਦੇ ਨੇ। ਔਰ ਇਹੀ ਜਿਹੜਾ ਮੈਡੀਕਲ ਹੈ ਇਹ ਸਾਨੂੰ ਸਰਕਾਰੀ ਹਸਪਤਾਲ 'ਚ ਹੋਣਾ ਚਾਹੀਦਾ ਹੈ। ਸਰਕਾਰੀ 'ਚ ਫ੍ਰੀ ਹੈ ਤੇ ਸਾਡੇ ਬੱਚੇ ਦਾ 10,000 ਰੁਪਏ ਬਚੇ, ਔਰ ਸਰਕਾਰੀ ਮੈਡੀਕਲ ਤੇ ਗਵਰਨਮੈਂਟ ਨੂੰ ਵਿਸ਼ਵਾਸ ਹੋਣਾ ਚਾਹੀਦਾ। ਪਰ ਜਿਹੜੀ ਅੰਬੈਸੀਜ਼ ਹੈ ਬਾਹਰ ਦੀ, ਉਹਨਾਂ ਦਾ ਆਪਣੇ ਸਰਕਾਰ ਦਾ ਤੰਤਰ ਇੰਨਾ ਖਰਾਬ ਹੋ ਚੁੱਕਿਆ, ਉਹ ਤੇ ਵਿਸ਼ਵਾਸ ਹੀ ਉੱਡ ਗਿਆ। ਉਹ ਸਰਕਾਰੀ ਮੈਡੀਕਲ ਨੂੰ ਮੈਡੀਕਲ ਹੀ ਨਹੀਂ ਮੰਨਦੇ। ਉਹ ਕਹਿੰਦੇ ਜੀ ਮੈਕਸ ਤੋਂ ਕਰਾ ਕੇ ਲਿਆਓ। ਮਤਲਬ ਇਹ ਬਹੁਤ ਵੱਡੀ ਸਰਕਾਰ ਦੀ ਸੈਟਬੈਕ ਹੈ, ਸਰਕਾਰ ਦੀ ਬਹੁਤ ਵੱਡੀ ਬੇਇੱਜ਼ਤੀ ਹੈ ਕਿ ਸਰਕਾਰ ਦੇ ਇੱਕ ਸਰਕਾਰੀ ਅਫਸਰ ਦੇ ਮੈਡੀਕਲ ਸਰਟੀਫਿਕੇਟ ਨੂੰ ਕੋਈ ਅੰਬੈਸੀ ਨਹੀਂ ਮੰਨਦੀ ਕਿ ਬੰਦਾ ਮੈਡੀਕਲੀ ਫਿੱਟ ਹੈ। ਜਾਣੀ ਕਿ ਸਰਕਾਰ ਦੇ ਜਿਹੜੇ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਕਿ ਸਰਕਾਰੀ ਦਸਤਾਵੇਜ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਮਿਲਦੀ ਹੈ, ਦਿੱਤਾ ਜਾਂਦਾ ਹੈ ਕਿ ਇਹ ਸਰਕਾਰੀ ਹੈ, ਇਹਦੀ ਅਥੈਂਟਿਸਿਟੀ ਜ਼ਿਆਦਾ ਹੈਗੀ। ਬਿਲਕੁਲ। ਪਰ ਆਪਣੇ ਸਰਕਾਰੀ ਮਤਲਬ ਅਫਸਰ ਇੰਨੀ ਮਤਲਬ ਆਪਾਂ ਗਿਰ ਚੁੱਕੇ ਹਾਂ, ਅਸੀਂ ਇੰਨੀ ਮਤਲਬ ਕਿ ਸਮਝੋ ਸਾਡੀ ਸਰਕਾਰ ਦੀ ਕੰਮ ਕਰਨ ਦੀ ਜਿਹੜਾ ਤਰੀਕਾ ਇਹਨਾਂ ਗਿਰ ਚੁੱਕਿਆ ਹੈ, ਤੁਸੀਂ ਤਾਂ ਵਿਸ਼ਵਾਸ ਨਹੀਂ ਹੈ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪੂਰੀ ਫੈਮਿਲੀ ਨੂੰ ESI ਦੀ ਸਹੂਲਤ ਮਿਲ ਸਕਦੀ, ਉਹ ਆਪਣੀ ਮੈਨੂੰ ਲੱਗਦਾ ਗੱਲ ਵਿੱਚ ਹੀ ਰਹਿ ਗਈ ਵੀ ਇੱਕ ਜੇ ਬੰਦਾ ਆਪਣੀ ਸੈਲਰੀ ਚੋਂ ESI ਕਟਾ ਰਿਹਾ, ਇੱਕ ਤਾਂ ਹੋ ਗਿਆ ਕਿ ਉਹਦੇ ਪੂਰੇ ਪਰਿਵਾਰ ਨੂੰ ਕਿਤੇ ਵੀ ਮੈਡੀਕਲ ਦੀ ਲੋੜ ਪੈ ਜਾਵੇ ਤਾਂ ਉਹ ਕੰਮ ਕਰ ਸਕਦਾ ਹੈਗਾ, ਉਹਨੂੰ ਜੇ ਪਤਾ ਹੈਗਾ, ਨੌਲੇਜ ਹੈਗੀ ਹੈ। ਇਸ ਤੋਂ ਇਲਾਵਾ ਤੁਸੀਂ ਦੱਸ ਰਹੇ ਸੀ ਹੋਰ ਕਿਹੜੇ ਫਾਇਦੇ ਹੈਗੇ ਇਸ ਚੀਜ਼ ਦੇ? ਸਰ, ਇਹਦੇ 'ਚ ਮੇਨ ਤਾਂ ਇੱਕ ਤਾਂ ਮੈਡੀਕਲ ਦਾ ਫਾਇਦਾ ਹੋ ਗਿਆ, ਪੂਰੇ ਪਰਿਵਾਰ ਨੂੰ ਮੈਡੀਕਲ ਸਰਵਿਸ ਫ੍ਰੀ। ਦੂਜਾ, ਵਰਕਰ ਦੀ ਘਰ ਚੱਲਣ ਤੋਂ ਘਰ ਪਹੁੰਚਣ ਤੱਕ ਇੰਸ਼ੋਰੈਂਸ ਫ੍ਰੀ ਹੈ ਜੀ, ਜਾਂ ਉਹਦੀ ਕੰਮ ਕਰਦੇ ਵਕਤ ਜਾਂ ਘਰ ਚੱਲਣ ਤੋਂ ਘਰ ਪਹੁੰਚਣ ਤੱਕ। ਅਗਰ ਉਹਦੀ ਡੈਥ ਵੀ ਹੋ ਜਾਂਦੀ ਹੈ ਤਾਂ ESI ਤੋਂ ਉਹਦੀ ਵਾਈਫ ਨੂੰ 90% ਪੈਨਸ਼ਨ ਮਿਲਦੀ ਹੈ, ਫੁੱਲ ਲਾਈਫ, ਜਿੰਨੀ ਉਹ ਤਨਖਾਹ ਲੈਂਦਾ ਜੀ, ਜਿਹੜਾ ਕਿ ਬਹੁਤ ਵੱਡਾ ਬੈਨੀਫਿਟ ਹੈ। ਜੇ ਕਿਸੇ ਦੀ 10,000 ਤਨਖਾਹ ਹੈ, ਉਹਦੀ ਵਾਈਫ ਨੂੰ 9,000 ਰੁਪਏ ਘਰ ਬੈਠੇ ਪੈਸੇ ਮਿਲਨੇ ਆ। ਯਾਨੀ ਕਿ ਉਹ ਜਦੋਂ ਕੰਮ ਲਈ ਨਿਕਲ ਪਿਆ ਤੇ ਉਸ ਤੋਂ ਬਾਅਦ ਜੇ ਕੰਮ ਤੱਕ ਘਰ ਪਹੁੰਚਣ ਤੱਕ ਤੇ ਉਹਦੀ ਰਾਜ ਕਿਤੇ ਵੀ ਮੌਤ ਹੋ ਜਾਂਦੀ, ਔਰ ਫੈਕਟਰੀ 'ਚ ਕੰਮ ਕਰਦੇ ਵੀ ਕੁਝ ਹੋ ਜਾਂਦਾ ਤਾਂ ESIC ਉਹਦੀ ਵਾਈਫ ਨੂੰ 90% ਪੈਨਸ਼ਨ ਦਿੰਦੀ ਹੈ। ਪਰ ਸਿਸਟਮ ਇੰਨਾ ਖਰਾਬ ਹੈ, ਉਹ 90% ਪੈਨਸ਼ਨ ਲੈਣ ਵਾਸਤੇ ਕਿਤਾਬ ਵਿੱਚ ਲਿਖਿਆ ਵੀ ਮਹੀਨੇ 'ਚ ਮਿਲਣੀ ਚਾਹੀਦੀ ਹੈ, ਲੇਕਿਨ ਇਹ 2-2 ਸਾਲ ਤੱਕ ਉਹ ਲੇਡੀਜ਼ ESI ਦੇ ਚੱਕਰ ਕੱਟ ਕੇ ਪਾਗਲ ਹੋ ਜਾਂਦੇ ਨੇ, ਤਦ ਜਾ ਕੇ ਕਿਤੇ ਪੈਸੇ ਮਿਲਦੇ ਨੇ। ਨਹੀਂ, ਫਿਰ ਬਹਾਨਾ ਕੀ ਪਾਉਂਦੇ ਨੇ? ਕਾਗਜ਼ਾਂ 'ਚ ਉਲਝਾ ਸਰ, ਪੇਪਰ ਤੁਹਾਡਾ ਡੈਥ ਸਰਟੀਫਿਕੇਟ ਸਹੀ ਨਹੀਂ, ਤੁਹਾਡੇ ਹਸਬੈਂਡ ਦੀ ਰਸਤੇ 'ਚ ਉਹ ਰਸਤੇ ਜਾ ਰਿਹਾ ਸੀ, ਆ ਰਿਹਾ ਸੀ, ਐਸੇ ਛੋਟੇ-ਮੋਟੀਆਂ ਮਤਲਬ ਰਿਜੈਕਸ਼ਨ FIR 'ਚ ਲਿਖਿਆ ਹੈ, ਗੱਲ ਆ ਹੈ, ਮਤਲਬ ਕੋਈ ਵੀ ਨੁਕਤਾ ਫੜਦੇ ਨੇ। ਤੁਹਾਡੇ ਤੋਂ ਵੀ ਇਦਾਂ ਦੇ ਕੇਸ ਆਏ ਹੋਣੇ? ਮੇਰੇ ਕੋਲ ਸਾਰੇ ਇਦਾਂ ਦੇ ਕੇਸ ਆਉਂਦੇ ਨੇ, ਜਿਨ੍ਹਾਂ ਬੰਦਿਆਂ ਦੀ ਪੈਨਸ਼ਨ ਰਿਜੈਕਟ ਕਰ ਦਿੰਦੇ ਆ। ਬੰਦਾ ਘਰ ਡਿਊਟੀ ਤੇ ਜਾ ਰਿਹਾ, ਉਹ ਕਹਿੰਦਾ ਉਹਦਾ ਘਰ ਵੱਲ ਨੂੰ ਮੂੰਹ ਨਹੀਂ ਸੀ, ਦੂਜੇ ਪਾਸੇ ਨੂੰ ਮੂੰਹ ਸੀਗਾ, ਇਸ ਕਰਕੇ ਕੇਸ ਰਿਜੈਕਟ ਕਰ ਦਿੰਦੇ। ਮੇਰੇ ਕੋਲ ਸਾਰੇ ਕੇਸ ਇਦਾਂ ਦੇ ਆਉਂਦੇ ਆ, ਅੱਜ ਤੱਕ ਮੈਂ ਕੋਈ ਕੇਸ ਹਾਰਿਆ ਨਹੀਂ ਹੈ। ਮੈਂ ਹਰ ਇੱਕ ਗਰੀਬ ਵਰਕਰ ਨੂੰ ਕੇਸ ਜਿਤਾ ਕੇ ਦਿੱਤਾ ਹੈ, ਔਰ 5-5 ਸਾਲ ਦੀ ਏਰੀਅਰ ਦੀ ਪੈਨਸ਼ਨ ਵੀ ਦਵਾਈ ਹੈ, ਔਰ ਕਿਸੇ ਵਰਕਰ ਤੋਂ ਮੈਂ 1 ਰੁਪਿਆ ਨਹੀਂ ਲੈਂਦਾ ਕੇਸ ਲੜਨ ਦਾ, ਔਰ ਫ੍ਰੀ ਸਰਵਿਸ ਦਿੰਦਾ ਹੈ। ਜਾਣੀ ਕਿ ਜਿਹੜਾ ਵੀ ESI ਦੇ ਮਾਮਲੇ ਦੇ ਵਿੱਚ ਤੁਹਾਡੇ ਕੋਲ ਪਹੁੰਚਦੇ ਹੈਗੇ ਆ ਤੇ ਤੁਸੀਂ ਉਹਨਾਂ ਤੋਂ ਕੋਈ ਪੈਸਾ ਨਹੀਂ ਲੈਂਦਾ, ਇਵਨ ਟਾਈਪਿੰਗ ਦਾ ਖਰਚਾ ਤੱਕ ਨਹੀਂ ਲੈਂਦਾ, ਮੈਂ ਟੋਟਲ ਫ੍ਰੀ ਸਰਵਿਸ ਦਿੰਦਾ, ਔਰ ਕੇਸ ਵੀ ਜਿੱਤ ਕੇ ਦਿੰਦਾ, ਔਰ ਨਾ ਉਹਨੂੰ ਕਦੇ ਕੋਰਟ 'ਚ ਬੁਲਾਉਣਾ, ਸਿਰਫ ਆਰਡਰ ਦੀ ਕਾਪੀ ਲੈ ਕੇ ਉਹਨੂੰ ਫੋਨ ਕਰਨਾ ਵੀ ਆ ਕੇ ਪੈਸੇ ਲੈ ਜਾ। ਇਸ ਤੋਂ ਇਲਾਵਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜੇ ਘਰ ਤੋਂ ਪਹੁੰਚਣ ਤੋਂ ਲੈ ਕੇ ਘਰ ਤੋਂ ਚੱਲਣ ਤੋਂ ਲੈ ਕੇ ਪਹੁੰਚਣ ਤੱਕ ਉਹਦੀ ਸਾਰੀ ਇੰਸ਼ੋਰੈਂਸ ਹੈਗੀ ਆ, ਇਸ ਤੋਂ ਇਲਾਵਾ ਵੀ ਕੋਈ ਸਹੂਲਤ ਹੈਗੀ ਸੀ? ਸਰ, ਇਸ ਤੋਂ ਇਲਾਵਾ ਬਸ ਮੈਡੀਕਲ ਸਹੂਲਤਾਂ, ਇੰਸ਼ੋਰੈਂਸ ਹੈਗੀ ਹੈ। ਬਾਕੀ ਅਗਰ ਕੋਈ ਸੱਟ ਲੱਗ ਜਾਂਦੀ ਹੈ, ਉਂਗਲੀ ਕੱਟ ਗਈ, ਹੱਥ ਕੱਟ ਗਈ, ਪੈਰ ਕੱਟ ਗਿਆ, ਉਹਦੇ ਵੀ ਪੈਸੇ ਮਿਲਦੇ ਨੇ, ਉਹਦੇ ਵੀ ਕਾਫੀ ਅੱਛੇ ਪੈਸੇ ਮਿਲਦੇ ਨੇ ਜੀ। ਯਾਨੀ ਕਿ ਜਿਹਨੂੰ ਇਸ ਦੀ ਸਮਝ ਹੈਗੀ ਹੈ ਤਾਂ ਉਹ ਚੰਗਾ ਲਾਹਾ ਵੀ ਲੈ ਸਕਦਾ। ਬਹੁਤ ਫਾਇਦੇਮੰਦ ਸਕੀਮ ਹੈ ਇਹ।
ਸਭ ਤੋਂ ਪਹਿਲਾਂ ਜਦੋਂ ਸਕੀਮ ਚੱਲੂ ਸੀ ਨਾ, ਇਹ ਸਭ ਤੋਂ ਪਹਿਲਾਂ ਮੈਂਬਰ ਜਵਾਹਰ ਲਾਲ ਨਹਿਰੂ ਸੀਗੇ, ਆਪਣੇ ਪੰਡਿਤ ਜਵਾਹਰ ਲਾਲ ਨਹਿਰੂ ਇਹ ਸਕੀਮ ਦੇ ਫਸਟ ਮੈਂਬਰ ਉਹ ਬਣੇ ਸੀਗੇ, ਉਹਨਾਂ ਨੇ ਸਕੀਮ ਸਟਾਰਟ ਕੀਤੀ ਸੀ। ਲੇਕਿਨ ਇਸ ਸਕੀਮ ਤੇ ਇੰਨਾ ਨਿਗਾਰ ਆ ਚੁੱਕਿਆ ਹੈ, ਗਿਰ ਚੁੱਕੀ ਹੈ ਸਕੀਮ, ਔਰ ਇਹ ਨਾ ਤਾਂ ਇਹ ਗਾਈਡ ਕਰਦੇ ਆ, ਨਾ ਇਹਦੀ ਐਡ ਕਰਦੇ ਆ, ਨਾ ਲੋਕਾਂ ਨੂੰ ਇਹ ਸਹੂਲਤਾਂ ਦੱਸਦੇ ਨੇ। ਇਹ ਇਸ ਕਰਕੇ ਨਹੀਂ ਦੱਸਦੇ ਕਿ ਲੋਕੀ ਲੈਣ ਲੱਗ ਜਾਣਗੇ ਜੀ, ਇਸ ਕਰਕੇ ਇਹ ਸਹੂਲਤਾਂ ਲੋਕਾਂ ਨੂੰ ਦੱਸਦੇ ਨਹੀਂ, ਐਡਵਰਟਾਈਜ਼ ਹੀ ਨਹੀਂ ਕਰਦੇ। ਔਰ ਬਹੁਤ ਸਾਰੇ ਲੋਕਾਂ ਨੂੰ ESI ਦਾ ਨਹੀਂ ਪਤਾ ਕਿ ਵਟ ਇਜ਼ ESI। ਤੁਸੀਂ ਪਿੰਡ ਜਾ ਕੇ ਕਿਸੇ ਵਰਕਰ ਨੂੰ ਪੁੱਛ ਲਓ ਕਿ ESI ਕੀ, ਉਹਨੂੰ ਪਤਾ ਹੀ ਨਹੀਂ। ਠੀਕ ਹੈ, ਜਾਣੀ ਕਿ ਹੁਣ ਜੇ ਇਸ ਚੀਜ਼ ਦੇ ਨਾਲ ਲੋਕੀ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਕਿ ਬਹੁਤ ਸਾਰੇ ਲੇਬਰ ਤਬਕਾ ਹੈਗਾ ਜਿਹਨਾਂ ਨੂੰ ਸਹੂਲਤਾਂ ਪੂਰੀਆਂ ਮਿਲ ਆਪਣਾ ਤਾਂ ਬਹੁਤ ਵੱਡਾ ਲਾਹਾ ਮਿਲ ਸਕਦਾ, ਕਿਉਂਕਿ ਇਹ ਵੀ ਲਾਜ਼ਮੀ ਹੁੰਦਾ ਨਾ ਕਿ ESI ਕਿੰਨੇ ਲੋਕਾਂ ਨੇ ਕਟਾਉਣਾ ਹੈਗਾ, ਕਿੰਨੇ ਘੱਟ ਤੋਂ ਘੱਟ ਲੋਕ ਇੱਕ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਆ ਤਾਂ ਉਹਦਾ ESI ਕੱਟਣਾ ਸ਼ੁਰੂ ਹੋ ਜਾਂਦਾ, ਤੇ ਬਹੁਤੇ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ESI ਕੱਟ ਹੋ ਰਿਹਾ ਜਾਂ ਨਹੀਂ ਕੱਟ ਹੋ ਰਿਹਾ। ਹਾਂ ਨਹੀਂ, ਵਰਕਰ ਨੂੰ ਤਾਂ ਪਤਾ ਹੁੰਦਾ ESI ਨਹੀਂ ਕੱਟ ਹੋ ਰਿਹਾ। ਤਕਰੀਬਨ ਜਿਨ੍ਹਾਂ ਦੀ ਤਨਖਾਹ 21,000 ਤੋਂ ਘੱਟ ਹੈ ਉਹਨਾਂ ਸਭ ਦਾ ਕੱਟਦਾ, ਔਰ ਸਾਰੀਆਂ ਫੈਕਟਰੀਆਂ 'ਚ ਹੀ ਕੱਟਦਾ ਜਿੱਥੇ 10 ਤੋਂ ਜ਼ਿਆਦਾ ਬੰਦੇ ਕੰਮ ਕਰਦੇ ਨੇ। ਇਹਦਾ ਕੋਈ ਅਥੈਂਟਿਸਿਟੀ ਵੀ ਹੈਗੀ ਕਿ ਇਸ ਤਰੀਕੇ ਨਾਲ ਪਤਾ ਲੱਗਦਾ ਵੀ ਕਿਸੇ ਵੈਬ ਪੋਰਟਲ ਤੇ ਜਾ ਕੇ ਉਹ ਆਪਣੀ ESI ਚੈੱਕ ਕਰ ਸਕਦੇ ਆ? ਸਰ ESI ਟੋਟਲ ਆਨਲਾਈਨ ਹੈ, ਹਰ ਇੱਕ ਵਰਕਰ ਨੂੰ ਆਨਲਾਈਨ ਹੀ ਕਾਰਡ ਮਿਲਦਾ, ਪਹਿਚਾਣ ਕਾਰਡ ਮਿਲਦਾ, ਉਹ ਆਨਲਾਈਨ ਕਿਤੇ ਵੀ ਕੱਟ ਸਕਦਾ, ਨੈਟ ਤੇ ਜਾ ਕੇ ਕਿਤੇ ਵੀ ਦੇਖ ਸਕਦਾ, ਉਹਦੀ ਫੈਮਿਲੀ ਕਿਤੇ ਵੀ ਕੱਟ ਸਕਦੀ ਹੈ ਆਨਲਾਈਨ ਕਾਰਡ। ਜਾਨੀ ਕਿ ਆਮ ਜਿੰਨੇ ਵੀ ਕੰਮ ਕਰਨ ਵਾਲੇ ਅਦਾਰੇ ਹੋ ਗਏ ਉਹਨਾਂ ਦੇ ਵਿੱਚ ਜੇ ਵਰਕਰ ਦਾ ESI ਕੱਟਿਆ ਜਾਂਦਾ ਤਾਂ ਉਹਨੂੰ ESI ਉਹਦਾ ਕਾਰਡ ਮਿਲਦਾ ਹੈਗਾ, ਆਨਲਾਈਨ ਕਾਰਡ ਮਿਲ ਜਾਂਦਾ ਜੀ। ਹਾਂ ਬਿਲਕੁਲ, ਉਸ ਕਾਰਡ ਤੋਂ ਆਪਣੀ ਪਤਾ ਕਰ ਸਕਦਾ ਵੀ ਕਿੰਨਾ ESI ਕੱਟਿਆ ਗਿਆ, ਕਿੰਨਾ ਨਹੀਂ ਕੱਟਿਆ ਗਿਆ, ਸਾਰਾ ਕੁਝ ਉਹਨੂੰ ਪਤਾ ਲੱਗਦਾ। ਉਹਦੇ ਕਾਰਡ ਤੇ ਕਿੰਨੇ ਪੈਸੇ ਉਹਦੇ ਕੱਟੇ, ਉਹਦੇ ਕਾਰਡ ਤੇ ਪੂਰੀ ਡਿਟੇਲ ਹੁੰਦੀ ਹੈ, ਉਹਦੀ ਵਾਈਫ, ਬੱਚੇ, ਮਦਰ, ਫਾਦਰ ਸਭ ਦੀ ਡਿਟੇਲ ਹੁੰਦੀ ਹੈ, ਕਿੰਨੇ ਜਣੇ ਹੈਗੇ ਫੈਮਿਲੀ ਦੇ ਵਿੱਚ, ਪੂਰੀ ਡਿਟੇਲ ਹੁੰਦੀ ਹੈ, ਤੇ ਉਹਨਾਂ ਸਾਰਿਆਂ ਨੂੰ ਉਹ ਮੈਡੀਕਲ ਸਹੂਲਤਾਂ ਦਵਾ ਸਕਦਾ ਹੈਗਾ। ਬਿਲਕੁਲ ਦਵਾ ਸਕਦਾ। ਸਰ ਹੁਣ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਕਿ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ ਲੱਗਦੀਆਂ ਲੋਕਾਂ ਨੂੰ ਆਮ ਤੌਰ ਤੇ, ਤਾਂ ਇਸ ਸਕੀਮ ਦੇ ਵਿੱਚ ਜਿਹੜੇ ਲਾਹੇ ਨੇ ਉਹਨਾਂ ਤੋਂ ਵੀ ਵਾਂਝਾ ਰੱਖਿਆ ਜਾਂਦਾ ਉਹਨਾਂ ਨੂੰ, ਤੇ ਇਹਨਾਂ ਚੀਜ਼ਾਂ ਦੀ ਕਿਸ ਤਰੀਕੇ ਨਾਲ ਉਹ ਲਾਹਾ ਲੈ ਸਕਦੇ ਨੇ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਪਤਾ ਹੋਵੇ ਵੀ ਕੋਈ, ਜਿੱਦਾਂ ਤੁਸੀਂ ਤਾਂ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਹੋ, ਹੋਰ ਲੋਕਾਂ ਨੂੰ ਕਿਸ ਤਰੀਕੇ ਨਾਲ ਲਾਹਾ ਮਿਲ ਸਕਦਾ ਇਹਦਾ? ਸਰ ਲਾਹਾ ਇਹਨਾਂ ਮਿਲਦਾ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਸੋਸ਼ਲ ਸਿਕਿਉਰਿਟੀ ਅਫਸਰ ਅਪਾਇੰਟ ਕੀਤੇ ਹੋਏ ਨੇ, ਮਤਲਬ ਹਰੇਕ ਦਫ਼ਤਰ 'ਚ ਕੋਈ 10 ਸਿਕਿਉਰਿਟੀ ਅਫਸਰ ਬੈਠੇ ਨੇ। ਚੰਡੀਗੜ੍ਹ ਘੱਟੋ ਘੱਟ 15 ਹੋਣੇ ਨੇ, ਲੁਧਿਆਣੇ ਵੀ ਨੇ, ਜਲੰਧਰ ਵੀ ਨੇ। ਉਸ ਗਵਰਨਮੈਂਟ ਨੇ ਸੋਸ਼ਲ ਸਿਕਿਉਰਿਟੀ ਅਫਸਰ ਦੀ ਡਿਊਟੀ ਲਗਾਈ ਹੋਈ ਹੈ, ਤੁਸੀਂ ਫੈਕਟਰੀਆਂ 'ਚ ਜਾ ਕੇ ਵਰਕਰਾਂ ਨੂੰ ਸਹੂਲਤਾਂ ਦੱਸਣੀਆਂ, ਉਹਨਾਂ ਨੂੰ ਗਾਈਡ ਕਰਨਾ ਹੈ। ਅਗਰ ਕਿਸੇ ਨੂੰ ਬੈਨੀਫਿਟ ਨਹੀਂ ਮਿਲਦਾ ਤਾਂ ਉਹ ਬੈਨੀਫਿਟ ਦਿਵਾਉਣਾ ਹੈ ਜੀ। ਪਰ ਅੱਜ ਤੱਕ ਐਜ਼ ਪਰ ਮਾਈ ਨੌਲੇਜ ਕਿਸੇ ਸੋਸ਼ਲ ਸਿਕਿਉਰਿਟੀ ਅਫਸਰ ਨੇ ਕਿਸੇ ਵਰਕਰ ਦੀ ਹੈਲਪ ਨਹੀਂ ਕੀਤੀ, ਨਾ ਜਾ ਕੇ ਉਹਨਾਂ ਨੂੰ ਦੱਸਿਆ। ਸਿਰਫ ਉਹ ਦਫ਼ਤਰਾਂ 'ਚ ਬੈਠ ਕੇ ਆਪਣੀ ਰਿਸ਼ਵਤ ਕਢਾਉਣ ਵਾਸਤੇ ਪੈਸੇ ਇਕੱਠੇ ਕਰ ਰਹੇ ਨੇ, ਔਰ ਕਿਸੇ ਵਰਕਰ ਨੂੰ ਸਹੂਲਤਾਂ ਬਾਰੇ ਨਹੀਂ ਦੱਸ ਰਹੇ, ਨਾ ਸਹੂਲਤਾਂ ਦਿਵਾਉਣ ਦੀ ਕੋਸ਼ਿਸ਼ ਕਰਦੇ। ਵੈਸੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਇਹ ਸਹੂਲਤ ਆਮ ਲੋਕਾਂ ਦੇ ਭਲੇ ਲਈ ਬਣੀ ਸੀ, ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਸਕੀਮਾਂ ਆਮ ਲੋਕਾਂ ਦੇ ਭਲੇ ਲਈ ਵੀ ਬਣੀਆਂ ਹੈਗੀਆਂ, ਉਹਨਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਨੇ, ਸਰਕਾਰੀ ਹੋ ਗਏ ਜਾਂ ਅਫਸਰਸ਼ਾਹ ਹੋ ਗਏ, ਉਹ ਆਪਣਾ ਲਾਹਾ ਕੱਢਣ ਲੱਗ ਪੈਂਦੇ ਨੇ ਲੋਕਾਂ ਨੂੰ ਭਲਾ ਕਰਨ ਦੀ ਥਾਂ। ਲੱਗਦਾ ਕਿ ਇਸੇ ਕਰਕੇ ਲੋਕਾਂ ਦੇ ਵਿੱਚ ਭਰੋਸਾ ਜਿਹੜਾ ਉੱਠਦਾ ਜਾ ਰਿਹਾ ਹੈਗਾ ਸਰਕਾਰਾਂ ਤੋਂ ਵੀ ਜਾਂ ਇਸ ਤੰਤਰ ਤੋਂ, ਇਸੇ ਕਰਕੇ ਉਹ ਬਾਹਰ ਵਿਦੇਸ਼ ਦਾ ਰੁਖ ਕਰ ਰਹੇ ਨੇ। ਮੇਨ ਰੀਜ਼ਨ ਇਹੀ ਹੈ, ਇਕੱਲਾ ESI ਨਹੀਂ ਲੈ ਲਓ, ਬਾਕੀ ਮਹਿਕਮੇ 'ਚ ਤੁਸੀਂ ਲੈ ਲਓ, ਸਭ ਜਗ੍ਹਾ ਕਿਸੇ ਦਾ ਜਦੋਂ ਕੰਮ ਨਹੀਂ ਹੁੰਦਾ ਉਹ ਬੰਦਾ ਤੰਗ ਹੋ ਕੇ ਕਹਿੰਦਾ ਯਾਰ ਇੰਡੀਆ ਛੱਡੋ, ਬਾਹਰ ਚੱਲੋ। ਔਰ ਪੰਜਾਬ ਦੇ ਬਹੁਤ ਸਾਰੇ ਬੱਚੇ ਆਪਣੇ ਬਾਹਰ ਚਲੇ ਗਏ ਨੇ, ਔਰ ਮੇਰੇ ਨੌਲੇਜ 'ਚ ਵੀ, ਮੇਰੇ ਨੋਨ ਵੀ ਬੱਚੇ ਇੰਨੇ ਜ਼ਿਆਦਾ ਬਾਹਰ ਚਲੇ ਗਏ ਨੇ ਔਰ ਐਲਰ ਸੈਂਟਰ 'ਚ ਲੱਗੇ ਹੋਏ ਨੇ। ਉਹ ਕਿਸੇ ਵੀ ਕੀਮਤ ਤੇ ਉਹ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦੇ। ਪਤਾ ਨਹੀਂ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਕੀ ਹੋ ਗਿਆ, ਔਰ ਰੀਜ਼ਨ ਇਹੀ ਹੈ ਕਿ ਉਹਨਾਂ ਦੇ ਨਾ ਤਾਂ ਉਰੇ ਕੰਮ ਹੁੰਦੇ, ਨਾ ਜੌਬ ਹੈ। ਉਹ ਕਹਿੰਦੇ ਫਿਰ ਅਸੀਂ ਕਰਨਾ ਵੀ ਕੀ ਹੈ। ਹੈਰਾਨੀ ਹੁੰਦੀ ਹੈ ਇਸ ਗੱਲ ਦੀ। ਬਿਲਕੁਲ ਹੈਰਾਨੀ ਹੁੰਦੀ ਹੈ। ਜਿਸ ਖਿੱਤੇ ਦੇ ਵਿੱਚ ਲੋਕ ਇੰਨੇ ਆਸਵੰਦ ਹੋ ਕੇ ਵਧੀਆ ਤਰੀਕੇ ਨਾਲ ਕੰਮ ਕਰਦੇ ਸੀ ਜਾਂ ਮਿਹਨਤੀ ਨੇ, ਤਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਦੇਖਦੇ ਹਾਂ ਨਾ ਅਸੀਂ, ਬੜੇ ਵੱਡੇ ਪੱਧਰ ਤੇ ਨਾਮ ਖੱਟ ਰਹੇ ਨੇ, ਉੱਥੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ, ਚਾਹੇ ਉਹ ਫੌਜ ਦੀ ਗੱਲ ਕਰ ਲਈਏ, ਚਾਹੇ ਅਸੀਂ ਪੋਲੀਟੀਸ਼ੀਅਨਸ ਦੀ ਗੱਲ ਕਰ ਲਈਏ, ਵੱਡੇ ਅਹੁਦੇ ਮਿਲ ਚੁੱਕੇ ਨੇ, ਸਿਹਤ ਮੰਤਰੀ ਜਾਂ ਸਹੂਲਤਾਂ ਦੇ ਵਿੱਚ ਅਸੀਂ ਦੇਖ ਲਈਏ ਕਿ ਪ੍ਰਾਈਮ ਮਿਨਿਸਟਰ ਤੱਕ ਕਈਆਂ ਨੂੰ ਜਿਹੜਾ ਹੈਗਾ ਉਹ ਇੰਡੀਅਨ ਤਬਕੇ ਦੇ ਲੋਕ ਰਹੇ ਨੇ। ਤਾਂ ਇਹ ਲੱਗਦਾ ਕਿ ਇੱਥੇ ਜੇ ਉਹ ਰਹਿ ਕੇ ਮਿਹਨਤ ਕਰਦੇ ਤਾਂ ਉਹ ਹੋਰ ਵੀ ਵਧੀਆ ਨਾਮ ਕਮਾ ਸਕਦੇ ਸੀ, ਪਰ ਸਿਸਟਮ ਦੇ ਕਰਕੇ ਉਹਨਾਂ ਨੂੰ ਜਾਣਾ ਪਿਆ। ਹਾਂ ਸਰ, ਰੀਜ਼ਨ ਇਹੀ ਹੈ ਕਿ ਜਿਹੜੇ ਬੱਚੇ ਬਾਹਰ, ਤੁਸੀਂ ਦੱਸਿਆ ਕਿ ਬਹੁਤ ਅੱਛੀਆਂ ਪੋਸਟਾਂ 'ਤੇ ਚਲੇ ਗਏ, ਉਹਨਾਂ ਦਾ ਰੀਜ਼ਨ ਇਹ ਹੈ ਕਿ ਜਿਹੜੇ ਆਪਣੇ ਹੁਸ਼ਿਆਰ ਬੱਚੇ ਨੇ ਨਾ, ਉਹੀ ਬਾਹਰ ਜਾਂਦੇ ਨੇ ਜੀ। ਜਿਹੜੇ ਹੁਸ਼ਿਆਰ ਬੱਚੇ ਨੇ ਉਹੀ ਟੈਸਟ ਪਾਸ ਕਰਦੇ ਨੇ, ਔਰ ਜਿਹੜੇ ਸਾਡੇ ਕੋਲ ਪਿੱਛੇ ਬੱਚੇ ਰਹਿ ਗਏ, ਉਹ ਜਿਵੇਂ ਉਹਨਾਂ ਨੂੰ ਫਿਰ ਨਾ ਤਾਂ ਕੋਈ ਅੱਛੀ ਜੌਬ ਮਿਲਦੀ ਹੈ, ਉਹ ਪੜ੍ਹਾਈ 'ਚ ਵੀ ਕਮਜ਼ੋਰ ਹੁੰਦੇ ਨੇ, ਸਰਕਾਰ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰਦੀ। ਤੇ ਇਸ ਕਰਕੇ ਪੰਜਾਬ ਦਾ ਜਿਹੜਾ ਆਪਣਾ, ਉਹ ਫਿਰ ਕਿਸੇ ਤਰੀਕੇ ਨਾਲ ਜੇ ਉਹਨਾਂ ਨੂੰ ਕਿਤੇ ਜੌਬ ਮਿਲ ਵੀ ਗਈ, ਉਹਨਾਂ ਨੂੰ ਫਿਰ ਪ੍ਰੋਪਰ ਕੰਮ ਨਹੀਂ ਆਉਂਦਾ ਹੁੰਦਾ। ਤੇ ਇਸ ਕਰਕੇ ਸਿਸਟਮ ਤਾਂ ਖਰਾਬ ਹੋ ਰਿਹਾ ਕਿ ਬੱਚੇ ਜਿਹੜੇ ਇੰਟੈਲੀਜੈਂਟ ਬੱਚੇ ਆ, ਕਰੀਮ ਸਾਡੀ ਬਾਹਰ ਜਾ ਰਹੀ ਹੈ, ਤੇ ਜਿਹੜੀ ਸਾਡੇ ਇੱਥੇ ਮਤਲਬ ਕਿ ਦੜੇ ਦਾ ਮਾਲ ਰਹਿ ਰਿਹਾ, ਜਿਹੜਾ ਕਿ ਉਹ ਅੱਗੇ ਕੰਮ ਨਹੀਂ ਕਰ ਪਾ ਰਿਹਾ, ਸਰਕਾਰ ਨਹੀਂ ਚਲਾ ਰਹੀ। ਜਾਂ ਉਹ ਲੋਕ ਰਹਿ ਰਹੇ ਆ ਜਿਨ੍ਹਾਂ ਤੋਂ, ਜਿਹੜੇ ਟੈਲੈਂਟਡ ਤਾਂ ਹੈਗੇ, ਬਾਹਰ ਜਾਣ ਦੇ ਪੈਸੇ ਨਹੀਂ ਹੈਗੇ, ਤਾਂ ਉਹ ਲੋਕਾਂ ਨੂੰ ਇੱਥੇ ਰੁਕਣਾ ਪੈ ਰਿਹਾ, ਉਹਨਾਂ ਨੂੰ ਇੱਥੇ ਜੌਬ ਨਹੀਂ ਮਿਲਦੀ। ਜਿਹੜੇ ਟੈਲੈਂਟ ਨੇ ਉਹਨਾਂ ਨੂੰ ਇੱਥੇ ਜੌਬ ਨਹੀਂ ਮਿਲਦੀ, ਉਹ ਪ੍ਰਾਈਵੇਟ ਫੈਕਟਰੀਆਂ 'ਚ ਕੰਮ ਕਰ ਰਹੇ ਨੇ। ਸਰ ਆਖਰੀ ਸਵਾਲ, ਹੁਣ ਇਹ ਸਾਰੇ ਸਿਸਟਮ ਦੇ ਵਿੱਚ ਕਿਉਂਕਿ ਤੁਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਹੇ ਹੋ ਕਿ ਚਲੋ ਜਿਹੜਾ ਮਾਮਲਾ, ਜਿਹੜਾ ਤੁਹਾਡੇ ਕੋਲ ਐਕਸਪਰਟੀਜ਼ ਹੈਗੀ, ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਹੋ। ਵੈਸੇ ਇਸ ਸਾਰੇ ਸਿਸਟਮ ਦੇ ਵਿੱਚੋਂ ਨਿਕਲਿਆ ਕਿਸ ਤਰੀਕੇ ਨਾਲ ਜਾ ਸਕਦਾ ਵੀ ਇਹਨਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਗਏ,
ਇਹਦੇ ਵਿੱਚੋਂ ਨਿਕਲਿਆ ਜਾ ਸਕਦਾ ਜਿਸ ਤਰੀਕੇ ਨਾਲ, ਕਿਉਂਕਿ ਮੌਜੂਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ, ਵਿਦੇਸ਼ਾਂ ਤੋਂ ਲੋਕੀ ਬਾਹਰ ਜਿਹੜੇ ਚਲੇ ਗਏ ਉਹ ਵਾਪਸ ਆਉਣਗੇ ਪੰਜਾਬ ਦੇ ਵਿੱਚ ਕੰਮ ਕਰਨ ਲਈ, ਤਾਂ ਉਹ ਬੜੇ ਵੱਡੇ ਵੱਡੇ ਦਾਅਵੇ ਹੁੰਦੇ ਨੇ। ਇੱਦਾਂ ਕਦੇ ਕਦੇ ਇੱਦਾਂ ਲੱਗਦਾ ਕਿ ਸਿਰਫ ਸਬਜ਼ ਬਾਗ ਦਿਖਾਉਂਦੇ ਨੇ ਪੋਲੀਟੀਸ਼ੀਅਨ, ਪਰ ਹਕੀਕੀ ਰੂਪ ਹੋ ਸਕਦਾ ਹੈ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਚਰਚਾਵਾਂ ਚੱਲਦੀਆਂ ਨੇ, ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਚੱਲਦੀਆਂ ਨੇ, ਜਾਂ ਬਾਹਰੋਂ ਯੂਥ ਨੂੰ ਦੁਬਾਰਾ ਇੰਡੀਆ 'ਚ ਮੰਗਵਾਉਣ ਦੀਆਂ ਗੱਲਾਂ ਚੱਲਦੀਆਂ। ਇਹ ਚੀਜ਼ਾਂ ਕਿਸ ਤਰੀਕੇ ਨਾਲ ਸੰਭਵ ਹੋ ਸਕਦੀਆਂ ਤੁਹਾਡੇ ਹਿਸਾਬ ਨਾਲ? ਸਰ ਇਹ ਸੰਭਵ ਹੋ ਸਕਦਾ ਹੈ ਅਗਰ ਸਰਕਾਰ ਚਾਹੇ, ਜਿੰਨੀਆਂ ਪੰਜਾਬ ਦੀ ਜੌਬਸ ਨੇ ਉਹ ਸਾਡੇ ਪੰਜਾਬ ਦੇ ਬੱਚਿਆਂ ਨੂੰ ਦੇਵੇ, ਉਹਦੇ ਰਿਜ਼ਰਵੇਸ਼ਨ ਕਰੇ ਪੰਜਾਬ ਵਾਸਤੇ, 80% ਰਿਜ਼ਰਵ ਕਰੇ ਕਿ 80% ਬੱਚੇ ਪੰਜਾਬ ਦੇ ਰੱਖਣੇ ਅਸੀਂ, ਔਰ ਕਮ ਸੇ ਕਮ ਜਿਹੜਾ ਪੰਜਾਬ ਦਾ ਗਵਰਨਮੈਂਟ ਜੌਬ ਦੇਣੀ ਹੈ ਉਹਨੂੰ ਪੰਜਾਬੀ ਆਉਣੀ ਚਾਹੀਦੀ ਹੁੰਦੀ ਹੈ। ਲੇਕਿਨ ਉਹ ਸਾਡੀ ਭਰਤੀ ਹੁਣ ਦਿੱਲੀ ਤੋਂ ਹੋ ਰਹੀ ਹੈ, ਕੋਈ ਬਾਹਰੋਂ ਬੱਚੇ ਆ ਰਹੇ ਨੇ, ਉਹ ਆਮ ਆਦਮੀ ਪਾਰਟੀ ਸਰਕਾਰ ਵੀ ਪਤਾ ਨਹੀਂ ਹੁਣ ਕੀ ਕਰ ਰਹੀ ਹੈ, ਪੰਜਾਬ ਦੇ ਬੰਦੇ ਨੂੰ ਨੌਕਰੀ ਨਹੀਂ ਮਿਲ ਰਹੀ। ਹੁਣ ਪੰਜਾਬ ਪੁਲਿਸ ਦੇ ਵਿੱਚ ਘੱਟੋ ਘੱਟ ਪੰਜਾਬ ਦੇ ਬੰਦੇ ਭਰਤੀ ਹੋਣੇ ਚਾਹੀਦੇ ਆ, ਪੰਜਾਬ ਦੇ ਬੰਦੇ ਨੂੰ ਪੁਲਿਸ ਦੇ ਵਾਲੇ ਨੂੰ ਪਤਾ ਹੁੰਦਾ ਪੰਜਾਬ ਬਾਰੇ। ਹੁਣ ਪੰਜਾਬ ਪੁਲਿਸ ਤੁਸੀਂ ਦੇਖੋ ਬਾਕੀ ਸਟੇਟਾਂ ਦੇ, ਹਰਿਆਣੇ ਦੇ, ਯੂਪੀ ਦੇ ਵੀ ਇੱਥੇ ਪੰਜਾਬ ਪੁਲਿਸ 'ਚ ਭਰਤੀ ਹੋਏ ਨੇ, ਕਿੱਦਾਂ ਹੋ ਰਹੇ ਨੇ ਇਹ ਸਰਕਾਰ ਦੱਸ ਸਕਦੀ ਹੈ ਕਿਉਂ ਕਰ ਰਹੀ ਹੈ ਕੰਮ। ਜਾਣੀ ਕਿ ਜੇ ਨੌਕਰੀਆਂ ਇੱਥੇ ਮਿਲ ਜਾਣ, ਰੁਜ਼ਗਾਰ ਇੱਥੇ ਮਿਲ ਜਾਵੇ ਤਾਂ ਕੋਈ ਰੰਗਲਾ ਪੰਜਾਬ ਬਣ ਸਕਦਾ ਹੈ, ਪਰ ਸਰਕਾਰਾਂ ਦੀ ਨੀਅਤ ਜਿਹੜੀ ਆ ਉਹਦੇ ਵਿੱਚ ਸਾਫ਼ ਹੋਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜਸਵੀਰ ਸਿੰਘ ਜੀ, ਸੀਨੀਅਰ ਐਡਵੋਕੇਟ ਨੇ। ਬੜੇ ਅਹਿਮ ਮਸਲੇ ਤੇ ਅੱਜ ਇਹਨਾਂ ਦੇ ਨਾਲ ਚਰਚਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਸਿਸਟਮ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਨੇੜੇ ਤੋਂ ਦੇਖੀਆਂ ਨੇ, ਬਹੁਤ ਬਰੀਕ ਚੀਜ਼ਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਬੜੀ ਅਹਿਮ ਚੀਜ਼ ਇਹ ਵੀ ਹੈ ਕਿ ਕਿਸ ਤਰੀਕੇ ਨਾਲ ਜਿਹੜੀਆਂ ਸਕੀਮਾਂ ਲੋਕਾਂ ਦੇ ਲਾਹੇ ਲਈ ਬਣੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਵੀ ਪੋਲੀਟੀਸ਼ੀਅਨ ਹੋ ਗਏ ਜਾਂ ਫਿਰ ਵੱਡੇ ਵੱਡੇ ਅਫਸਰਸ਼ਾਹ ਹੋ ਗਏ, ਉਹ ਆਪਣਾ ਲਾਹਾ ਜਿਹੜਾ ਆ ਉਹ ਕੱਢਣਾ ਸ਼ੁਰੂ ਕਰ ਦਿੰਦੇ ਨੇ, ਤੇ ਇਸੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਲਾਹੇ ਨਹੀਂ ਮਿਲ ਪਾਉਂਦੇ। ਜਦੋਂ ਕੁਝ ਲੋਕ ਆਪਣਾ ਕੋਸ਼ਿਸ਼ ਕਰਦੇ ਨੇ ਕਿ ਉਹ ਲੋਕਾਂ ਨੂੰ ਜਿਹੜੀ ਸਕੀਮ ਬਣੀ ਸੀ, ਉਹਨਾਂ ਦੇ ਲਾਹੇ ਲਈ ਬਣੀ ਸੀ, ਉਹਨਾਂ ਨੂੰ ਉਹਦਾ ਲਾਹਾ ਮਿਲੇ, ਤਾਂ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਦਬਾਅ ਜਾਂ ਪ੍ਰੈਸ਼ਰ ਬਣਾਇਆ ਜਾਂਦਾ, ਜਾਂ ਉਹਨਾਂ ਨੂੰ ਵੀ ਪਾਸੇ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾਂਦੀ ਹੈ। ਫਿਲਹਾਲ ਬੜੀ ਚਿੰਤਾ ਦੀ ਗੱਲ ਹੈ, ਬੜੇ ਵੱਡੇ ਦਾਅਵੇ ਜਿਹੜੇ ਹੁੰਦੇ ਨੇ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਉਣਾ ਹੈਗਾ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਵੀ ਜ਼ਿਕਰ ਚੱਲਦਾ ਰਿਹਾ, ਪੰਜਾਬ ਦੇ ਵਿੱਚ ਵਿਕਾਸ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਨੇ, ਪਰ ਉਹ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਜ਼ਮੀਨੀ ਪੱਧਰ ਤੇ ਕੋਸ਼ਿਸ਼ਾਂ ਹੋਣਗੀਆਂ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀ ਟਿੱਪਣੀ ਜ਼ਰੂਰ ਸਾਂਝੀ ਕਰਿਓ। ਤੁਹਾਡੇ ਤੋਂ ਅੱਗੇ ਲੈਣੀ ਹੈ। ਬਹੁਤ ਬਹੁਤ ਧੰਨਵਾਦ।